ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕੀ ਫਤਿਹ। ਹਕਾਇਤ ਸਤਵੀਂ ਚੱਲੀ। ਖੁਦਾਵੰਦ ਬਖਸ਼ਿੰਦ ਹੈ ਬੇਸ਼ੁਮਾਰ, ਕਿ ਜ਼ਾਹਰ ਜ਼ਹੂਰਸਤ ਸਾਹਿਬ ਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਜਬਰ ਛਤਰ ਤਖਤ ਕੇ ਮਾਲਕ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਰਧਾ ਪ੍ਰੇਮ ਸਹਿਤ ਜੁੜ ਬੈਠੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪ ਜੀ ਸਰਬੱਤ ਸੰਗਤਾਂ ਬੜਭਾਗੀ ਹੋ। ਲੜੀਵਾਰ ਸ੍ਰੀ ਜਫਰਨਾਮਾ ਸਾਹਿਬ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੇ। 6 ਹਕਾਇਤਾਂ ਤੱਕ ਵਿਚਾਰ ਸਰਵਣ ਕੀਤੀ ਹੈ। 7ਵੀਂ ਹਕਾਇਤ ਮਹਾਰਾਜ ਆਰੰਭ ਕਰ ਰਹੇ ਨੇ। ਆਓ ਪ੍ਰੇਮ ਸਹਿਤ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਨਾਲ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕੀ ਫਤਿਹ। ਹਕਾਇਤ ਸਤਵੀਂ ਚੱਲੀ। ਖੁਦਾਵੰਦ ਬਖਸ਼ਿੰਦ ਹੈ ਬੇਸ਼ੁਮਾਰ। 6ਵੀਂ ਹਕਾਇਤ ਦੀ ਸਮਾਪਤੀ ਤੋਂ ਬਾਅਦ 7ਵੀਂ ਹਕਾਇਤ ਸਤਿਗੁਰੂ ਆਰੰਭ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲ ਕਰਦੇ ਨੇ। ਵਾਹਿਗੁਰੂ ਨਿਰੰਕਾਰ ਦੀ ਫਤਿਹ ਹੈ ਇਸ ਲੋਕ ਅਰ ਪਰਲੋਕ ਅੰਦਰ। ਔਰ ਜਿਹੜਾ ਜੀਵ ਉਸ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਦੀ ਵੀ ਲੋਕ ਔਰ ਪਰਲੋਕ ਵਿੱਚ ਫਤਿਹ ਹੈ। ਹਕਾਇਤ 7ਵੀਂ ਚੱਲੀ। 7ਵੀਂ ਕਹਾਣੀ ਆਰੰਭ ਹੁੰਦੀ ਹੈ। ਖੁਦਾਵੰਦ ਬਖਸ਼ਿੰਦ ਹੈ ਬੇਸ਼ੁਮਾਰ। ਹੇ ਵਾਹਿਗੁਰੂ ਅਕਾਲ ਪੁਰਖ ਤੂੰ ਸਭਨਾਂ ਦਾ ਮਾਲਕ, ਸਭ ਨੂੰ ਬਖਸ਼ਿਸ਼ਾਂ ਕਰਨ ਵਾਲਾ ਹੈ। ਕੋਈ ਵੀ ਮਨੁੱਖ ਤੇਰੀ ਬਖਸ਼ਿਸ਼ ਤੋਂ ਖਾਲੀ ਨਹੀਂ। ਜਗਤ ਅੰਦਰ ਜਿਉ ਪਾਏ ਪਿੰਡ ਜਿਨ ਸਾਜਿਆ। ਸਭ ਤੋਂ ਵੱਡੀ ਤਾਂ ਬਖਸ਼ਿਸ਼ ਹੀ ਇਹੀ ਹੈ। ਇਹ ਸਰੀਰ ਜਿਹੜਾ ਵਾਹਿਗੁਰੂ ਨੇ ਸਾਜਿਆ, ਇਹਦੇ ਵਿੱਚ ਉਹਨਾਂ ਨੇ ਆਤਮਾ ਪਾਈ ਹੈ। ਸਭ ਤੋਂ ਪਹਿਲੀ ਬਖਸ਼ਿਸ਼ ਇਹੀ ਹੈ ਕਿ ਮਨੁੱਖ ਦੇਹੀ ਦੀ ਪ੍ਰਾਪਤੀ ਹੋਣੀ। 84 ਲੱਖ ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਭਾਈ ਗੁਰਦਾਸ ਜੀ ਕਹਿੰਦੇ 84 ਲੱਖ ਜੂਨਾਂ ਦੇ ਵਿੱਚੋਂ ਸਭ ਤੋਂ ਉੱਤਮ ਜੂਨ ਮਨੁੱਖਾ ਜਨਮ ਹੈ। ਜਦੋਂ ਅਸੀਂ 84 ਲੱਖ ਜੂਨਾਂ ਵੱਲ ਝਾਤੀ ਮਾਰਦੇ ਹਾਂ, ਨਿਗਾਹ ਮਾਰਦੇ ਹਾਂ, ਵੇਖੋ ਸਾਰੀਆਂ ਟੇਢੀਆਂ ਜੂਨਾਂ ਜਿਨ੍ਹਾਂ ਨੂੰ ਗੁਰਬਾਣੀ ਨੇ ਤ੍ਰਿਗਤ ਜੂਨ ਆਖਿਆ ਹੈ, ਟੇਢੀਆਂ ਜੂਨਾਂ ਹਨ। ਪਰ ਇੱਕ ਮਨੁੱਖ ਹੀ ਐਸਾ ਹੈ ਜਿਹਨੂੰ ਸੁੰਦਰ ਸਰੀਰ, ਸੁੰਦਰ ਸੁੱਖ, ਸੁੰਦਰ ਘਰ-ਬਾਰ, ਦੁਨੀਆ ਦੇ ਪਦਾਰਥ ਵਾਹਿਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਨੇ। ਤੋ ਪ੍ਰਥਮੇ ਸਰੀਰ ਉਹਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਉਹਦੀ ਬਖਸ਼ਿਸ਼ ਤੋਂ ਖਾਲੀ ਕੋਈ ਨਹੀਂ ਜਗਤ ਅੰਦਰ। ਮਹਾਰਾਜ ਜੀ ਕਹਿੰਦੇ ਹੇ ਖੁਦਾਵੰਦ, ਹੇ ਮਾਲਕ, ਤੂੰ ਸਾਰਿਆਂ ਨੂੰ ਬਖਸ਼ਿਸ਼ਾਂ ਕਰਨ ਵਾਲਾ, ਬੇਸ਼ੁਮਾਰ, ਬੇਅੰਤ ਹੈ। ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ। ਕਿ ਜ਼ਾਹਰ ਜ਼ਹੂਰਸਤ ਸਾਹਿਬ ਦਿਆਰ। ਪਰਮੇਸ਼ਰ ਦਾ ਜਿਹੜਾ ਪ੍ਰਕਾਸ਼ ਹੈ ਉਹ ਸਾਰਿਆਂ ਦੇ ਅੰਦਰ ਪ੍ਰਤੱਖ ਹੈ, ਹਰ ਪਾਸੇ ਪ੍ਰਗਟ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕੋਈ ਵੀ ਇਦਾਂ ਦੀ ਵਸਤੂ, ਕੋਈ ਇਦਾਂ ਦੀ ਚੀਜ਼, ਕੋਈ ਇਦਾਂ ਦਾ ਪ੍ਰਾਣੀ ਨਹੀਂ, ਕੋਈ ਇਦਾਂ ਦੀ ਖਾਣੀ ਨਹੀਂ ਜਿਹਦੇ ਅੰਦਰ ਉਹਦਾ ਪ੍ਰਤੱਖ ਪ੍ਰਕਾਸ਼ ਨਾ ਹੋਵੇ। ਸਾਰਿਆਂ ਅੰਦਰ ਉਹਦਾ ਜ਼ਹੂਰ, ਉਹਦਾ ਪ੍ਰਕਾਸ਼ ਜ਼ਾਹਰ ਪ੍ਰਗਟ ਹੈ। ਸਾਹਿਬ ਦਇਆਰ, ਦਇਆਰ ਨਾਮ ਥਾਂ ਦਾ ਵੀ ਹੁੰਦਾ, ਦਇਆਰ ਦੇਸ਼ ਨੂੰ ਵੀ ਕਹਿੰਦੇ ਨੇ।
ਦੁਨੀਆ ਦੇ ਅੰਦਰ ਜਿੰਨੇ ਦੇਸ਼ ਜਿੰਨੇ ਮੁਲਕ ਨੇ, ਉਹਨਾਂ ਸਾਰੇ ਮੁਲਕਾਂ ਦਾ ਇੱਕੋ ਹੀ ਬਾਦਸ਼ਾਹ, ਇੱਕੋ ਹੀ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤਬੀਅਤ ਬਹਾਲਸਤ ਹੁਸਨਲ ਜਮਾਲ। ਤਬੀਅਤ ਕਹਿੰਦੇ ਨੇ ਮਨੁੱਖ ਦੇ ਮਨ ਨੂੰ। ਇਹ ਜਿਹੜਾ ਸਾਡਾ ਮਨ ਭਟਕਦਾ ਹੈ, ਇਹਨੂੰ ਉਹ ਬਹਾਲ ਕਰਨ ਵਾਲਾ, ਟਿਕਾ ਵਿੱਚ ਰੱਖਣ ਵਾਲਾ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਇਹ ਭਟਕਦਾ ਹੋਇਆ ਚਿੱਤ, ਭਟਕਦਾ ਮਨ ਜਿਹੜਾ, ਇਹ ਕਾਬੂ ਵਿੱਚ ਆ ਜਾਂਦਾ। ਉਹਦੀ ਕਿਰਪਾ ਤੋਂ ਬਿਨਾਂ ਇਹ ਮਨ ਕਾਬੂ ਨਹੀਂ ਆਉਂਦਾ। ਤਾਂ ਉਹ ਚਿੱਤ ਨੂੰ ਟਿਕਾਣੇ ਰੱਖਣ ਵਾਲਾ ਹੈ। ਹੁਸਨਲ ਜਮਾਲ, ਉਹਦਾ ਜਿਹੜਾ ਸਰੂਪ ਹੈ ਬੜਾ ਹੀ ਸੁੰਦਰ ਪ੍ਰਕਾਸ਼ਮਾਨ ਹੈ। ਜੋ ਹੁਸਨਲ ਜਮਾਲੋ ਫਜ਼ੀਲਤ ਮਕਾਮ। ਸਤਿਗੁਰੂ ਕਹਿੰਦੇ ਜਿੱਥੇ ਉਹ ਸੁੰਦਰ ਸਰੂਪ ਵਾਲਾ ਹੈ, ਉੱਥੇ ਫਜ਼ੀਲਤ ਕਮਾਲ। ਫਜ਼ੀਲਤ ਕਹਿੰਦੇ ਬੁੱਧੀ ਨੂੰ। ਉਹ ਬੁੱਧੀ ਦੇ ਵਿੱਚ ਵੀ ਸੰਪੂਰਨ ਹੈ, ਯਾਨੀ ਕਿ ਸਭ ਨੂੰ ਬੁੱਧੀ ਦੀ, ਅਕਲ ਦੀ ਦਾਤ ਦੇਣ ਵਾਲਾ। ਉਸ ਤੋਂ ਵੱਡਾ ਸਿਆਣਾ ਜਗਤ ਅੰਦਰ ਕੋਈ ਹੋਰ ਦੂਸਰਾ ਨਹੀਂ ਹੈ। ਕਿ ਇਸ ਫੰਦ ਯਾਰ ਅਜ਼ਹਾਂ ਰਖਤ ਬੁਰਦ। ਮਹਾਰਾਜ ਕਹਿੰਦੇ ਇੱਕ ਕਹਾਣੀ ਸੁਣੀ ਹੈ ਅਫਸੰਦ ਯਾਰ ਦੀ। ਅਸਫੰਦ, ਇਹਦਾ ਇਤਿਹਾਸ ਵਿੱਚ ਦੋ ਤਰ੍ਹਾਂ ਦਾ ਨਾਂ ਹੈ। ਇੱਥੇ ਇਸ਼ਫੰਦ ਸ਼ਬਦ ਆਇਆ। ਕਈ ਜਫਰਨਾਮਿਆਂ ਦੇ ਵਿੱਚ ਐੜੇ ਨਾਲ ਵੀ ਅਸਫੰਦ ਯਾਰ ਵੀ ਆਉਂਦਾ ਹੈ। ਇਹ ਰਾਜੇ ਗੁਸ ਪ੍ਰਤਾਪ ਦਾ ਪੁੱਤਰ ਸੀਗਾ, ਅਰਬ ਦੇਸ਼ ਦੇ ਵਿੱਚ ਰਹਿਣ ਵਾਲਾ। ਜਦੋਂ ਇਹਦੀ ਮੌਤ ਹੋਈ, ਇਹ ਮੈਦਾਨੇ ਜੰਗ ਵਿੱਚ ਲੜਦਾ ਲੜਦਾ ਮਾਰਿਆ ਗਿਆ। ਮੁਹਿੰਮ ਦੇ ਉੱਤੇ ਆਇਆ ਸੀ, ਮੁਹਿੰਮ ਫਤਿਹ ਕਰਦਾ ਕਰਦਾ ਚਲਾ ਗਿਆ। ਇਹਨੇ ਆਪਣਾ ਰਾਜ ਭਾਗ ਸਭ ਕੁਝ ਆਪਣੇ ਪੁੱਤਰ ਰੁਸਤਮ ਨੂੰ ਦਿੱਤਾ, ਜਿਹਦਾ ਨਾਮ ਇੱਥੇ ਬਹਿਮਨ ਗੁਰੂ ਸਾਹਿਬ ਨੇ ਲਿਖਿਆ ਹੈ। ਇਸ ਪ੍ਰਕਾਰ ਜਿਹੜਾ ਇਹ ਅਸਫੰਦ ਯਾਰ ਸੀ, ਅਜ਼ ਜ਼ਹਾਂ ਰਖਤ ਬੁਰਦ, ਇਸ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਨਸਬ ਨਾਮ ਹੈ ਖੁਦ ਬਾ ਬਹਿਮਨ ਸਪੁਰਦ। ਮਹਾਰਾਜ ਕਹਿੰਦੇ ਆਪਣਾ ਰਾਜ ਭਾਗ, ਆਪਣਾ ਰਾਜ ਸਾਜ, ਸਾਰਾ ਕੁਝ ਆਪਣੇ ਪੁੱਤਰ ਬਹਿਮਨ ਨੂੰ ਜਾਂਦੀ ਦਫਾ ਸੌਂਪ ਗਿਆ ਹੈ। ਆਜ਼ਾਦ ਉਕਤਰੇ ਹਮ ਜੋ ਰੁਖ ਪਰ ਹੁਮਾਏ। ਅੱਗੋਂ ਜਿਹੜਾ ਬਹਿਮਨ ਸੀਗਾ, ਉਹਦੇ ਘਰ ਦੇ ਵਿੱਚ ਹਮਾਯੂ ਪੰਛੀ ਜਿਹਾ, ਇੱਕ ਉਹਦੀ ਬੇਟੀ ਹੈ, ਇੱਕ ਉਹਦੀ ਧੀ ਹੈ। ਜੋ ਹੁਸਨਲ ਜਮਾਲਸਤ ਦੌਲਤ ਫੈਜ਼ਾਏ। ਮਹਾਰਾਜ ਕਹਿੰਦੇ ਸਰੂਪ ਕਰਕੇ ਅਤੀ ਸੁੰਦਰ ਹੈ ਤੇ ਬੜੇ ਵੱਡੇ ਭਾਗਾਂ ਵਾਲੀ ਹੈ। ਜੋ ਬਹਿਮਨ ਸ਼ੈ ਅਜ਼ਈ ਜ਼ਹਾਂ ਬੁਰਦ ਰਖਤ। ਅਖੀਰ ਜਦੋਂ ਸਮਾਂ ਆਇਆ, ਜਿਹੜਾ ਬਹਿਮਨ ਸੀ, ਜਿਹਨੂੰ ਇਤਿਹਾਸ ਵਿੱਚ ਰੁਸਤਮ ਵੀ ਲਿਖਿਆ ਗਿਆ, ਇਹ ਦੁਨੀਆ ਤੋਂ ਰੁਖਸਤ ਹੋ ਗਿਆ। ਇਹ ਵੀ ਆਪਣਾ ਜੀਵਨ ਜਿਹੜਾ ਸੀ ਰਾਜ ਸਾਜ ਕਰਦਿਆਂ ਬਤੀਤ ਕਰ ਗਿਆ ਹੈ। ਬਾਦੁਕਤਰ ਸਪੁਰਦੰਦ ਆਤਾਜ਼ ਤਖਤ। ਪਰ ਜਦੋਂ ਦੁਨੀਆ ਤੋਂ ਗਿਆ, ਇਹਦੇ ਘਰ ਵਿੱਚ ਜਿਹੜੀ ਬੇਟੀ ਸੀ, ਹੋਰ ਤਾਂ ਕੋਈ ਹੈ ਨਹੀਂ ਸੀ, ਕੋਈ ਪੁੱਤਰ ਨਹੀਂ ਸੀ ਘਰ ਦੇ ਅੰਦਰ, ਤਾਂ ਕੇਵਲ ਇੱਕ ਬੇਟੀ ਸੀ ਤੇ ਉਹ ਰਾਜ ਭਾਗ ਦੀ ਹੱਕਦਾਰ ਸੀ। ਜਾਂਦੀ ਵਾਰੀ ਬਹਿਮਨ ਆਪਣਾ ਰਾਜ ਭਾਗ, ਆਪਣਾ ਤਾਜ ਤਖਤ ਆਪਣੀ ਬੇਟੀ ਦੇ ਸਪੁਰਦ ਕਰ ਗਿਆ ਹੈ। ਸ਼ਸਤੰਦ ਬਰ ਤਖਤ ਰੂਮੀ ਹੁਮਾਏ। ਇਸ ਪ੍ਰਕਾਰ ਜਿਹੜਾ ਰੂਮ ਦਾ ਤਖਤ ਸੀਗਾ, ਉਸ ਤਖਤ ਦੇ ਉੱਪਰ ਇਹ ਜਿਹੜੀ ਲੜਕੀ ਬਿਰਾਜਮਾਨ ਹੋਈ ਹੈ। ਕਿ ਬੁਸਤਾਂ ਬਹਾਰਤ ਸੂਰਤ ਫੈਜ਼ਾਏ। ਪਾਤਸ਼ਾਹ ਜੀ ਕਹਿੰਦੇ ਹਨ ਕਿ ਜੈਸੇ ਬਾਗ ਦੇ ਵਿੱਚ ਬਹਾਰ ਆਉਂਦੀ ਹੈ, ਬਸੰਤ ਰੁੱਤ ਖਿੜਦੀ ਹੈ ਤੇ ਉਹਦੀ ਫੁਲਵਾੜੀ ਨੂੰ ਉਹ ਵਧਾਉਂਦੀ ਹੈ, ਇਸੇ ਪ੍ਰਕਾਰ ਮਹਾਰਾਜ ਕਹਿੰਦੇ ਇਹ ਜਿਹੜੀ ਲੜਕੀ, ਇਹਦਾ ਸਰੂਪ, ਇਹਦਾ ਰਾਜ ਭਾਗ ਜਿਹੜਾ ਹੈ, ਇਹਦੀ ਸ਼ੋਭਾ ਜਿਹੜੀ ਹੈ, ਬਸੰਤ ਰੁੱਤ ਦੀ ਫੁਲਵਾੜੀ ਵਾਂਗੂ ਉਹਨੂੰ ਇਹ ਵਧਾਉਣ ਵਾਲੀ ਹੈ। ਚੁਬੁਕ ਜਸ਼ਤ ਬਰਵੈ ਜੇ 10 ਸਾਲ ਚਾਰ। ਇਸੇ ਪ੍ਰਕਾਰ ਤਖਤ ਤੇ ਬੈਠਿਆਂ ਬੈਠਿਆਂ ਕਰੀਬਨ 14 ਕੁ ਸਾਲਾਂ ਦਾ ਸਮਾਂ ਜਿਹੜਾ ਉਹ ਨਿਕਲ ਗਿਆ। ਜਦੋਂ ਰਾਜ ਭਾਗ ਪ੍ਰਾਪਤ ਹੋਇਆ ਸੀ, ਛੋਟੀ ਜੀ ਸੀ, ਪਰ ਅੱਜ 14 ਸਾਲ ਦਾ ਸਮਾਂ ਜਿਹੜਾ ਉਹ ਲੰਘ ਗਿਆ ਹੈ। ਕਿ ਪੈਦਾ ਸ਼ੁਧੈ ਸਬਜ਼ ਹੈ ਨੋ ਬਹਾਰ। ਮਹਾਰਾਜ ਜੀ ਕਹਿੰਦੇ ਹੌਲੀ ਹੌਲੀ ਇਹਦੇ ਸਰੀਰ ਦੇ ਅੰਦਰ ਜੌਬਨ ਦੀ ਜਿਹੜੀ ਅਵਸਥਾ ਹੈ, ਨੌ ਬਹਾਰ ਜਿਹੜੀ ਉਹ ਪ੍ਰਗਟ ਹੋਣ ਲੱਗੀ। ਇਸ ਤਰ੍ਹਾਂ ਜਾਣੋ ਕਿ ਜੈਸੇ ਬਸੰਤ ਰੁੱਤ ਵਿੱਚ ਹਰਿਆਵਲ ਚਾਰ ਚਫੇਰੇ ਪ੍ਰਗਟ ਹੁੰਦੀ ਹੈ, ਇਹਦੇ ਉੱਪਰ ਵੀ ਮਹਾਰਾਜ ਕਹਿੰਦੇ ਜੋਬਨ ਦੀ ਹਰਿਆਵਲ ਜਿਹੜੀ ਪ੍ਰਗਟ ਹੋਣ ਲੱਗੀ ਹੈ। ਬਹਾਰੇ ਜ਼ਵਾਨੀ ਬਾ ਨੌਬਤ
ਰਸੀ। ਇਸ ਪ੍ਰਕਾਰ ਜਿਹੜੀ ਜਵਾਨੀ ਦੀ ਬਹਾਰ, ਜੋਬਨ ਦੀ ਬਹਾਰ ਜਿਹੜੀ ਸਿਰ ਦੇ ਉੱਪਰ ਆ ਗਈ ਹੈ। ਜੋ ਬੁਸਤਾਂ ਗੁਲੇ ਸੁਰਖ ਬੇਰੂ ਕਸ਼ੀ। ਜਿਸ ਪ੍ਰਕਾਰ ਸਾਧ ਸੰਗਤ ਬਾਗ ਦੇ ਵਿੱਚ ਗੁਲਾਬ ਦੇ ਜਿਹੜੇ ਲਾਲ ਰੰਗ ਦੇ ਸੁਰਖ ਫੁੱਲ ਪ੍ਰਗਟ ਹੁੰਦੇ ਨੇ, ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਇਹਦੇ ਅੰਦਰ ਜਵਾਨੀ ਪ੍ਰਗਟ ਹੋਈ ਹੈ। ਬਾਹੁਸ ਨਾਮ ਦਸ਼ਤੂ ਤੁਏ ਨੋ ਬਹਾਰ। ਸੋ ਇਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਜਦੋਂ ਹੁਸਨ ਆਇਆ ਤੇ ਹੁਸਨ ਉਹਦੀ ਜਿਹੜੀ ਸੁੰਦਰਤਾ ਹੈ, ਸੁੰਦਰਤਾ ਰੂਪੀ ਤੋਤੀ ਜਿਹੜੀ ਹੁੰਦੀ ਹੈ, ਜੈਸੇ ਬਾਗ ਦੇ ਵਿੱਚ ਜਿਉਂ-ਜਿਉਂ ਬਹਾਰ ਆਉਂਦੀ ਹੈ ਤੇ ਤੋਤੀਆਂ ਤੋਤੇ ਜਿਹੜੇ ਆ ਕੇ ਉਹ ਬੜੇ ਖੁਸ਼ ਹੁੰਦੇ ਨੇ, ਇਸ ਤਰ੍ਹਾਂ ਜਾਣੋ ਵੀ ਜਿਵੇਂ ਬਾਗ ਦੀ ਬਹਾਰ ਬਸੰਤ ਉਹਨਾਂ ਵਾਸਤੇ ਹੀ ਪ੍ਰਗਟ ਹੋਈ ਹੋਵੇ। ਮਹਾਰਾਜ ਕਹਿੰਦੇ ਸਰੂਪ ਜਿਹੜਾ ਸੁੰਦਰ ਸੀ, ਉਸ ਸੁੰਦਰਤਾ ਰੂਪੀ ਜਿਹੜੀ ਤੋਤੀ ਹੈ ਉਹਦੇ ਉੱਪਰ ਇਸ ਤਰ੍ਹਾਂ ਜਵਾਨੀ ਰੂਪੀ ਜੋਬਨ ਰੂਪੀ ਬਹਾਰ ਪ੍ਰਗਟ ਹੋਈ ਹੈ। ਜੋ ਮਾਹੇ ਕੇ ਬਰਖੁਦ ਕੋ ਨਦ ਨੋ ਬਹਾਰ। ਜਿਸ ਪ੍ਰਕਾਰ ਆਕਾਸ਼ ਦੇ ਵਿੱਚ ਰੋਜ਼ ਚੰਦਰਮਾ ਪ੍ਰਗਟ ਹੁੰਦਾ ਹੈ, ਇੱਕ ਨਵੀਂ ਬਹਾਰ, ਇੱਕ ਨਵਾਂ ਸਰੂਪ, ਇੱਕ ਨਵਾਂ ਪ੍ਰਕਾਸ਼ ਲੈ ਕੇ ਪ੍ਰਗਟ ਹੁੰਦਾ ਹੈ। ਮਿਜ਼ਾਜਸ ਚ ਤਿਫਲੀ ਬਰੂਦਰ ਰਸੀ। ਜਦੋਂ 14 ਸਾਲਾਂ ਦੀ ਹੋਈ, ਜਿਹੜਾ ਬਚਪਨ ਵਾਲਾ ਮਿਜ਼ਾਜ ਸੀ, ਸੁਭਾਅ ਸੀਗਾ, ਉਹ ਅੰਦਰੋਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ, ਅਣਜਾਣਪੁਣਾ ਅੰਦਰੋਂ ਨਿਕਲਣਾ ਸ਼ੁਰੂ ਹੋ ਗਿਆ ਹੈ। ਜਵਾਨੀ ਦੇ ਆਗਾਜ਼ ਬਰਵੈ ਕਸ਼ੀ। ਜਵਾਨੀ ਦਾ ਆਗਾਜ਼ ਹੋ ਗਿਆ ਤੇ ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਅੰਦਰੋਂ ਅਣਜਾਣਪੁਣਾ ਜਿਹੜਾ ਬਚਪਨ ਵਾਲਾ ਉਹ ਨਿਕਲਣਾ ਸ਼ੁਰੂ ਹੋ ਗਿਆ ਹੈ। ਵਿਦਾ ਸ਼ੁਦ ਅਜ਼ੋ ਹਾਲ ਤਿਫਲੀ ਮਿਜ਼ਾਜ। ਇਸ ਪ੍ਰਕਾਰ ਜਿਹੜਾ ਬਚਪਨ ਵਾਲਾ ਸੁਭਾਅ ਸੀਗਾ, ਹੁਣ ਬੱਚੇ ਦਾ ਸੁਭਾਅ ਜਿਹੜਾ ਬਚਪਨ ਵਿੱਚ ਕੁਝ ਹੋਰ ਹੁੰਦਾ ਹੈ, ਜਵਾਨੀ ਵਿੱਚ ਉਹ ਹੌਲੀ ਹੌਲੀ ਸਿਆਣਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਅਜ਼ੋ ਹਾਲ ਤਿਫਲੀ ਮਿਜ਼ਾਜ। ਤਿਫਲੀ ਕਹਿੰਦੇ ਨੇ ਬਚਪਨ ਨੂੰ, ਮਿਜ਼ਾਜ ਸੁਭਾਅ ਨੂੰ ਕਹਿੰਦੇ ਨੇ। ਇਸ ਤਰ੍ਹਾਂ ਬਚਪਨ ਵਾਲਾ ਜਿਹੜਾ ਸੁਭਾਅ ਹੈ ਉਹ ਵਿਦਾ ਹੋਣ ਲੱਗਾ ਹੈ। ਬਹਾਰੇ ਜਵਾਨੀ ਦਰਾਮਤ ਬੁਬਾ। ਇਸ ਪ੍ਰਕਾਰ ਕਹਿੰਦੇ ਬਸੰਤ ਰੁੱਤ ਬਹਾਰ ਜਿਹੜੀ ਜਵਾਨੀ ਦੀ ਉਹਦੀ ਆਮਦ ਹੋਈ ਹੈ। ਕਿ ਬਿਨ ਸ਼ਸਤ ਬਰ ਤਖਤ ਸ਼ਾਹਨ ਸ਼ਹੀ। ਰੋਮ ਦਾ ਜਿਹੜਾ ਸ਼ਾਹੀ ਤਖਤ ਹੈ, ਉਸ ਸ਼ਾਹੀ ਤਖਤ ਦੇ ਉੱਪਰ ਉਹ ਬੈਠੀ ਹੈ। ਵਾ ਕਲਮੰਦਰ ਆਵੇਖਤ ਕਾਗਜ਼ ਮਹੀ। ਤਖਤ ਦੇ ਉੱਪਰ ਬਹਿ ਕਰਕੇ ਉਹਨੇ ਹੱਥ ਵਿੱਚ ਕਲਮ ਲਈ, ਕਾਗਜ਼ ਲਿਆ ਤੇ ਕਾਗਜ਼ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ। ਯਾਨੀ ਕਿ ਆਪਣਾ ਹੁਕਮ ਜਿਹੜਾ ਹੈ ਉਹ ਸਾਰੀ ਹਕੂਮਤ ਨੂੰ ਦਿੰਦੀ ਹੈ। ਉਸ ਜਥੇਦਾਰੀ ਦੇ ਕਾਗਜ਼ ਦੇ ਉੱਤੇ ਆਗਿਆ ਲਿਖਦੀ ਹੈ ਜਿਹੜਾ ਉਹਦੇ ਦਰਬਾਰ ਦੇ ਵਿੱਚ ਟੰਗਿਆ ਹੋਇਆ ਹੈ। ਨਜ਼ਰ ਕਰਦ ਬਰਬਚ ਹੈ ਗੌਹਰ ਨਿਗਾਰ। ਇਸ ਤਰ੍ਹਾਂ ਜਦੋਂ ਕੁਝ ਕੁ ਸਮਾਂ ਬਤੀਤ ਹੋਇਆ, ਇੱਕ ਜੌਹਰੀ ਸੀ, ਗੌਹਰ ਨਿਗਾਰ। ਗੌਹਰ ਨਿਗਾਰ ਕਹਿੰਦੇ ਜਿਹੜਾ ਮੋਤੀਆਂ ਦੀ, ਹੀਰਿਆਂ ਦੀ ਪਰਖ ਕਰਨ ਵਾਲਾ ਜੌਹਰੀ ਹੈ, ਉਸ ਜੌਹਰੀ ਦੇ ਬੱਚੇ ਦੇ ਉੱਪਰ ਸ਼ਾਹੂਕਾਰ ਤੇ ਉਹਦੀ ਨਿਗਾਹ ਗਈ ਹੈ। ਕੇ ਬੁਰਦ ਅੰਦਰੂਨ ਸ਼ਬ ਵਕਤੇ ਗੁਬਾਰ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਹਨ ਕਿ ਉਹ ਜਿਹੜਾ ਸ਼ਾਹੂਕਾਰ ਦਾ ਪੁੱਤਰ ਸੀ, ਅਗੋ ਵੀ ਸ਼ਾਹੂਕਾਰ ਸੀ, ਜੌਹਰੀ ਸੀਗਾ, ਉਹਨੂੰ ਉਹਨੇ ਆਪਣੇ ਨਾਲ ਲਿਆ ਹੈ। ਬਿਆ ਵਿਕਤ ਬਾਓ ਦੋ ਸੇ ਚਾਰ ਮਾਹ। ਇਸ ਪ੍ਰਕਾਰ ਸਾਹਿਬ ਕਹਿੰਦੇ 2 ਸੇ 4, 2 ਸੇ ਨਾਮ 3 ਦਾ, 4 4 ਨੂੰ ਕਹਿੰਦੇ ਨੇ। ਟੋਟਲ ਗਿਣਤੀ 9 ਮਹੀਨਿਆਂ ਦੀ ਬਣਦੀ ਹੈ। ਇਸ ਤਰ੍ਹਾਂ 9 ਮਹੀਨੇ ਦਾ ਸਮਾਂ ਜਿਹੜਾ ਉਹ ਬਤੀਤ ਹੋਇਆ ਹੈ। ਕੇ ਸ਼ਿਕ ਮਸ਼ਫਰੋ ਮਾਦ ਅਜ਼ ਤੁਕ ਮਸ਼ਾਹ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਹਨ 9 ਮਹੀਨੇ ਦੇ ਇਸ ਸਮੇਂ ਦੌਰਾਨ ਉਹਨੂੰ ਹਮਲ ਠਹਿਰਿਆ ਹੈ। ਜੋ 9 ਮਾਹ ਗਸ਼ਤਹਿ ਬੈ ਆਬਿਸਤਨੀ। ਸੋ ਇਸੇ ਪ੍ਰਕਾਰ ਉਧਰ ਦੇ ਵਿੱਚ ਹਮਲ ਠਹਿਰਿਆਂ ਨੂੰ ਜਦੋਂ 9 ਮਹੀਨੇ ਲੰਘ ਗਏ ਹਨ, ਬਾ ਕੋਸ਼ਸ਼ ਦਰਿਆਮਤ ਰਗੇ ਖੁਸ਼ਤਨੀ। ਮਹਾਰਾਜ ਕਹਿੰਦੇ ਰਗੇ ਖੁਸ਼ਤਨੀ। ਖੁਸ਼ਤਨੀ ਕਹਿੰਦੇ ਨੇ ਪ੍ਰਸੂਤ ਵਾਲੀ ਜਿਹੜੀ ਨਾੜੀ ਹੁੰਦੀ ਹੈ, ਜਦੋਂ ਬੱਚੇ ਨੇ ਜਨਮ ਲੈਣਾ ਹੁੰਦਾ ਹੈ ਉਹਨੂੰ ਪ੍ਰਸੂਤ ਦੀ ਪੀੜਾ ਕਹਿੰਦੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ 9 ਮਹੀਨੇ ਬਾਅਦ ਉਹ ਸਮਾਂ ਆਇਆ ਜਦੋਂ ਉਹਦੇ ਘਰ ਦੇ ਵਿੱਚ ਇੱਕ ਬਾਦਸ਼ਾਹ ਨੇ ਜਨਮ ਲੈਣਾ ਹੈ। ਤਵਲਤ ਸ਼ੁਦਸ਼ਕੋਦ ਕੇ ਸ਼ੀਰ ਖਾ। ਇਸ ਪ੍ਰਕਾਰ ਉਹਦੇ ਘਰ ਵਿੱਚ ਦੁੱਧ ਪੀਣਾ, ਸ਼ੀਰ ਖਾਰ ਕਹੀਏ, ਦੁੱਧ ਪੀਣਾ, ਇੱਕ ਬਾਲਕ, ਇੱਕ ਬੱਚਾ, ਲੜਕਾ ਪੈਦਾ ਹੋਇਆ ਹੈ। ਕਿ ਖੁਦ ਸ਼ਾਹੇ ਵਾਸ਼ਾਹ ਅਫਕਨੋ ਨਾਮਦਾ। ਜਿਹੜਾ ਖੁਦ ਆਪ ਇੱਕ ਬਾਦਸ਼ਾਹ ਸੀ, ਰਾਜਿਆਂ ਦਾ ਰਾਜਾ ਸੀ,
ਬੜਾ ਪ੍ਰਸਿੱਧ ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈ। ਕੇ ਜ਼ਾਹਰ ਨ ਕਰਦੰਦ ਸਿਰ ਰੇ ਜਹਾਂ। ਪਰ ਉਸ ਲੜਕੀ ਨੇ ਆਪਣੇ ਪੁੱਤਰ ਨੂੰ ਜ਼ਾਹਰ ਨਹੀਂ ਕੀਤਾ, ਲੋਕਾਂ ਵਿੱਚ ਪ੍ਰਗਟ ਨਹੀਂ ਕੀਤਾ। ਇੱਥੇ ਦੋ ਪੱਖ ਨੇ ਇਸ ਕਹਾਣੀ ਦੇ। ਪਹਿਲਾ ਪੱਖ ਇਹ ਹੈ ਵੀ ਉਹਨੇ ਪੁੱਤਰ ਨੂੰ ਇਸ ਵਾਸਤੇ ਪ੍ਰਗਟ ਨਹੀਂ ਕੀਤਾ, ਹੋ ਸਕਦਾ ਕਿਉਂਕਿ ਉਮਰ ਕਰਕੇ ਛੋਟੀ ਸੀ। 14 ਸਾਲ ਦਾ ਜ਼ਿਕਰ ਮਹਾਰਾਜ ਨੇ ਕੀਤਾ ਤੇ ਜਦੋਂ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਤੇ ਉਸ ਸਮੇਂ ਹਕੂਮਤ ਦੇ ਵਿੱਚ ਕੁਝ ਐਸੇ ਲੋਕ ਪੈਦਾ ਹੁੰਦੇ ਨੇ ਜਿਹੜੇ ਤਖਤ ਖੋਹਣ ਨੂੰ ਫਿਰਦੇ ਹੁੰਦੇ ਨੇ, ਤਾਂ ਉਸ ਬੱਚੇ ਨੂੰ ਮਾਰ ਵੀ ਸਕਦੇ ਸਨ। ਜੈਸੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਸਮਾਂ ਸੀਗਾ, ਉਹਨਾਂ ਦਾ ਸਾਰਾ ਪਰਿਵਾਰ ਡੋਗਰਿਆਂ ਨੇ ਮਾਰਿਆ। ਸ਼ੇਰੇ ਪੰਜਾਬ ਦੇ ਜਾਣ ਤੋਂ ਬਾਅਦ ਉਹਨਾਂ ਦੇ ਪੁੱਤਰ ਪੋਤਰੇ ਮਾਰ ਦਿੱਤੇ ਗਏ ਤੇ ਮਹਾਰਾਜਾ ਦਲੀਪ ਸਿੰਘ ਇਕੱਲੇ ਹੀ ਰਹਿ ਗਏ ਸਨ ਛੋਟੇ। ਤੇ ਉਹਨਾਂ ਦਾ ਇੱਕ ਅੰਗਰੇਜ਼ ਨੌਕਰ ਜਿਹੜਾ ਸੀ ਉਹ ਬਚਾ ਕੇ ਉੱਥੋਂ ਲੈ ਗਿਆ। ਅਖੀਰ ਉਹ ਇੰਗਲੈਂਡ ਚਲੇ ਗਏ, ਉੱਥੇ ਗਏ ਤੇ ਉਹਨਾਂ ਨੂੰ ਈਸਾਈ ਬਣਾ ਦਿੱਤਾ ਗਿਆ। ਉਸ ਢੰਗ ਦੇ ਨਾਲ ਰਹਿਣਾ, ਉਸ ਢੰਗ ਨਾਲ ਖਾਣਾ, ਉਸ ਢੰਗ ਨਾਲ ਵਿਚਰਨਾ, ਤੌਰ ਤਰੀਕੇ ਸਾਰੇ ਸਿਖਾ ਦਿੱਤੇ ਗਏ। ਪਰ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਇੱਕ ਦਫਾ ਕਦਮ ਰੱਖਿਆ ਉਹਨਾਂ ਨੇ, ਉਹ ਅੰਦਰ ਜਿਹੜੀ ਉਹਨਾਂ ਦੇ ਲਾਗ ਸੀ ਨਾ, ਉਹ ਸਭ ਕੁਝ ਉਹਨਾਂ ਦੇ ਅੰਦਰ ਜਾਗ ਪਿਆ। ਤੇ ਗੁਰਮੁਖ ਪਿਆਰਿਓ, ਉੱਥੋਂ ਹੀ ਉਹ ਅੰਮ੍ਰਿਤਧਾਰੀ ਹੋਏ, ਸਰਦਾਰ ਸਿੰਘ ਸਜੇ। ਪਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਧਰਤੀ ਨਸੀਬ ਨਹੀਂ ਹੋਈ ਪੰਜਾਬ ਦੀ। ਬੜੀ ਕੋਸ਼ਿਸ਼ ਕਰਦੇ ਰਹੇ, ਸਾਰੀ ਜ਼ਿੰਦਗੀ ਉਹਨਾਂ ਨੇ ਯਤਨ ਕੀਤਾ ਵੀ ਮੈਂ ਹਿੰਦੁਸਤਾਨ ਦੀ ਧਰਤੀ ਤੇ ਜਾਵਾਂ, ਮੈਂ ਸਮੇਂ ਦਾ ਬਾਦਸ਼ਾਹ ਹਾਂ, ਪਰ ਐਸਾ ਹੋ ਨਾ ਸਕਿਆ। ਉਹ ਹਿੰਦੁਸਤਾਨ ਦੀ ਧਰਤੀ ਉਹਨਾਂ ਨੂੰ ਨਸੀਬ ਨਾ ਹੋ ਸਕੀ। ਆਖਰਕਾਰ ਆਪਣਾ ਸਰੀਰ ਇਸ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੋਂ ਬਾਹਰ ਹੀ ਛੱਡ ਗਏ। ਤੋ ਐਸਾ ਹੁੰਦਾ ਅਕਸਰ ਜਗਤ ਅੰਦਰ। ਮਹਾਰਾਜਾ ਦਲੀਪ ਸਿੰਘ ਇਕਲੌਤੇ ਸਿੱਖ ਰਾਜ ਦਾ ਇੱਕ ਉਹ ਹੀਰਾ ਸੀਗਾ ਜਿਹਨੂੰ ਈਸਾਈ ਮਤ ਦੇ ਅੰਦਰ ਉਸ ਤਰੀਕੇ ਨਾਲ ਢਾਲਿਆ ਗਿਆ ਕਿ ਇਹ ਮੰਗ ਹੀ ਨਾ ਕਰ ਸਕੇ। ਪਰ ਜਦੋਂ ਉਹਨਾਂ ਮੰਗ ਕੀਤੀ ਆਪਣੇ ਰਾਜ ਦੀ, ਉਦੋਂ ਉਹਨਾਂ ਨੂੰ ਇੱਥੇ ਆਉਣ ਨਹੀਂ ਸੀ ਦਿੱਤਾ ਗਿਆ। ਸੋ ਇਸ ਵਾਸਤੇ ਉਸ ਲੜਕੀ ਨੇ ਸੋਚਿਆ ਵੀ ਇਹਨੂੰ ਜ਼ਾਹਰ ਨਹੀਂ ਕਰਨਾ ਚਾਹੀਦਾ, ਪ੍ਰਗਟ ਨਹੀਂ ਕਰਨਾ ਚਾਹੀਦਾ, ਛੋਟਾ ਹੈ, ਹੋ ਸਕਦਾ ਵੀ ਕੋਈ ਰਾਜ ਮੇਰਾ ਜਿਹੜਾ ਹੈ ਉਹ ਖੋ ਨਾ ਲਵੇ, ਇਸ ਲੜਕੇ ਨੂੰ ਕੋਈ ਮਾਰ ਨਾ ਦੇਵੇ। ਇਸ ਪ੍ਰਕਾਰ ਸਾਧ ਸੰਗਤ ਜੀ, ਉਹਨੇ ਕੀ ਕੀਤਾ ਕਿ ਜ਼ਾਹਰ ਨਾ ਕਰਦੰਦ ਸਿਰੇ ਜਹਾਂ, ਉਹਨੇ ਆਪਣਾ ਪੁੱਤਰ ਜਿਹੜਾ ਹੈ ਉਹਨੂੰ ਜ਼ਾਹਰ ਨਹੀਂ ਕੀਤਾ, ਲੋਕਾਂ ਵਿੱਚ ਪ੍ਰਗਟ ਨਹੀਂ ਕੀਤਾ, ਛੁਪਾ ਕੇ ਰੱਖਿਆ ਹੈ। ਬਾ ਸੰਦੂਕ ਔਰਾ ਨੇ ਗਹਿ ਦਾਸ਼ਤ ਆ। ਇੱਕ ਨਾ ਸੰਦੂਕ ਲੈ ਕੇ ਉਸ ਸੰਦੂਕ ਦੇ ਵਿੱਚ ਉਹਨੇ ਆਪਣਾ ਪੁੱਤਰ ਰੱਖਿਆ। ਨਿਗਾਹ ਦਾਸ਼ਤ ਆ, ਤੇ ਆਪਣੀ ਨਿਗਾਹ ਉਹਦੇ ਉੱਤੇ ਰੱਖਦੀ ਹੈ। ਤੇ ਮੁਸ਼ਕੋ ਫਿਤਰ ਅੰਬਰ ਆਵੇ ਖਤਨ, ਉਹਨੇ ਸੋਹਣੇ ਬਸਤਰ ਲੈ ਕੇ ਬਸਤਰ ਵਿੱਚ ਪੁੱਤਰ ਨੂੰ ਲਪੇਟਿਆ। ਉਹਦੇ ਉੱਪਰ ਪਾਤਸ਼ਾਹ ਕਹਿੰਦੇ ਇਤਰ ਦਾ ਛਿੜਕਾਓ ਕੀਤਾ। ਇਸੇ ਪ੍ਰਕਾਰ ਫਿਰ ਚੰਦਨ ਆਦਿਕ ਦਾ, ਸੁਗੰਧੀਆਂ ਦਾ ਛਿੜਕਾਓ ਕੀਤਾ ਹੈ। ਬਰੋ ਊਦ ਅਜ਼ਾਫਰ ਆਰੇ ਖਤਨ, ਇਸੇ ਤਰ੍ਹਾਂ ਬਰੋ ਊਦ ਇੱਕ ਲੱਕੜੀ ਹੁੰਦੀ ਹੈ, ਇਹਦੀ ਬੜੀ ਸੁਗੰਧੀ ਹੁੰਦੀ ਊਦ ਦੀ, ਤੇ ਊਦ ਦੀ ਧੂਪ ਜ਼ਿਆਦਾਤਰ ਤਖਾਈ ਜਾਂਦੀ ਹੈ। ਇਹਦੇ ਇਤਰ ਆਦਿਕ ਵੀ ਜਿਹੜੇ ਬਣਦੇ ਨੇ ਊਦ ਦੇ, ਤੇ ਊਦ ਦੀ ਲੱਕੜੀ ਜਿਹੜੀ ਉਹ ਤਖਾਉਂਦੀ ਹੈ, ਉਹਦੀ ਧੂਪ ਬਾਲਦੀ ਹੈ ਆਪਣੇ ਬੱਚੇ ਦੇ ਕੋਲ। ਇਸੇ ਤਰ੍ਹਾਂ ਕੇਸਰ ਆਦਿਕ ਜਿਹੜਾ ਉਹਦਾ ਛਿੜਕਾਓ ਕਰਦੀ ਹੈ। ਬਾਦਸਤੰਦ ਰੂਦਾਸ਼ਤ ਔਰਾ ਅਕੀਕ, ਮਹਾਰਾਜ ਜੀ ਕਹਿੰਦੇ ਉਹਨੇ ਕੀ ਕੀਤਾ, ਇੱਕ ਕੀਮਤੀ ਅਕੀਕ ਲਾਲ ਨੂੰ ਕਹਿੰਦੇ ਨੇ, ਇੱਕ ਲਾਲ ਲੈ ਕਰਕੇ ਉਹਨੇ ਆਪਣੇ ਉਸ ਬੱਚੇ ਦੇ ਹੱਥ ਦੇ ਵਿੱਚ ਰੱਖ ਦਿੱਤਾ ਹੈ। ਰਵਾ ਕਰਦ ਸੰਦੂਕ ਦਰਿਆ ਅਮੀ, ਉਹ ਜਿਹੜਾ ਸੰਦੂਕ ਸੀਗਾ ਉਹ ਸੰਦੂਕ ਬੰਦ ਕਰਕੇ ਉਹਨੇ ਦਰਿਆ ਦੇ ਵਿੱਚ ਰੋੜ ਦਿੱਤਾ ਹੈ। ਰਵਾ ਕਰਦ ਔਰਾ ਕੁ ਨਦ ਜਾ ਮਹਿਚਾ, ਜਾਂਦੀ ਵਾਰੀ ਜਿਹੜਾ ਉਹ ਬੱਚਾ ਸੀਗਾ ਉਹਦੇ ਕੱਪੜੇ ਵੀ ਪਾੜ ਦਿੱਤੇ ਵੀ ਉਹਨੂੰ ਪਤਾ ਨਾ ਲੱਗੇ ਕਿਸੇ ਨੂੰ ਵੀ ਇਹ ਕਿਸੇ ਰਾਣੀ ਦਾ ਜਾਂ ਕਿਸੇ ਰਾਜੇ ਦਾ ਪੁੱਤਰ ਹੈ। ਕੱਪੜੇ ਵੀ ਲੀਰੋ ਲੀਰ ਕਰ ਦਿੱਤੇ ਨੇ ਵੀ ਕੋਈ ਜਾਣ ਨਾ ਸਕੇ ਵੀ ਕਿਸ ਦਾ ਇਹ ਬੱਚਾ ਹੈ। ਨਜ਼ਰ ਦਾਸ਼ਤ ਬਰ ਸ਼ੁਕਰ ਯਜ਼ਦਾਨ ਪਾਕ, ਇਸ ਤਰ੍ਹਾਂ ਆਪਣੇ ਬੱਚੇ ਨੂੰ ਸੰਦੂਕ ਵਿੱਚ ਪਾ ਕੇ ਸੰਦੂਕ ਰੋੜਿਆ ਜਦੋਂ, ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰ ਕਰਦੀ ਹੈ, ਉਹਦੇ ਤੇ ਨਜ਼ਰ ਰੱਖਦੀ ਹੈ ਤੇ ਅਰਦਾਸ ਕਰਦੀ ਹੈ, ਵਾਹਿਗੁਰੂ
ਤੁਸੀਂ ਕਿਰਪਾ ਕਰਿਓ, ਮੇਰੇ ਇਸ ਬੱਚੇ ਤੇ ਆਪਣੀ ਨਿਗਾਹ ਰੱਖਿਓ, ਇਸ ਬੱਚੇ ਦੀ ਆਪ ਰਖਵਾਲੀ ਕਰਿਓ। ਸ਼ਸਤੰਦ ਬਰਰੋਦ ਲਬੇ ਗਾਜ਼ਰਾ। ਮਹਾਰਾਜ ਕਹਿੰਦੇ ਇਹ ਜਿਹੜਾ ਸੰਦੂਕ ਰੁੜਿਆ ਉੱਥੇ ਜਾ ਰਹੇ ਅਸੀਂ, ਜਿਸ ਜਗ੍ਹਾ ਤੇ ਰੋਦ ਲਵੇ ਗਾਜ਼ਰਾ, ਕੁਝ ਗਾਜ਼ਰਾਂ ਕਹਿੰਦੇ ਧੋਬੀ ਨੂੰ, ਜਿੱਥੇ ਕੰਢੇ ਤੇ ਨਾ ਦਰਿਆ ਦੇ ਕੁਝ ਧੋਬੀ ਬੈਠੇ ਕੱਪੜੇ ਧੋ ਰਹੇ ਸਨ, ਉੱਥੇ ਇਹ ਸੰਦੂਕ ਪਹੁੰਚਿਆ ਹੈ। ਨਜ਼ਰ ਕਰਦ ਸੰਦੂਕ ਦਰਿਆ ਰਵਾ। ਇਹਨਾਂ ਧੋਬੀਆਂ ਨੇ ਇਹ ਰੁੜਦਾ ਹੋਇਆ ਸੰਦੂਕ ਪਾਣੀ ਦੇ ਵਿੱਚ ਵੇਖਿਆ ਹੈ। ਅਮੀ ਖਾਸਤ ਕੇ ਔਰ ਬਾਦਸਤ ਆਵਰੰਦ। ਇਹਨਾਂ ਨੇ ਸੋਚਿਆ, ਅੰਦਰ ਖਾਹਸ਼ ਕੀਤੀ, ਕਿਉਂ ਨਾ ਇਹ ਸੰਦੂਕ ਪਾਣੀ ਚੋਂ ਬਾਹਰ ਕੱਢ ਲਿਆ ਜਾਵੇ, ਇਹਦੇ ਵਿੱਚ ਦੌਲਤ ਹੋ ਸਕਦੀ ਹੈ, ਇਹਦੇ ਵਿੱਚ ਕੋਈ ਪਦਾਰਥ ਹੋ ਸਕਦਾ ਹੈ। ਕਿ ਸੰਦੂਕ ਬਾਸਤ ਹੈ ਸ਼ਿਕਸਤ ਆਵਰੰਦ। ਉਹਨਾਂ ਦੇ ਅੰਦਰ ਦੀ ਖਾਹਸ਼ ਸੀ ਕਿ ਜੇ ਇਹ ਸੰਦੂਕ ਸਾਡੇ ਹੱਥ ਵਿੱਚ ਆ ਜਾਏ, ਅਸੀਂ ਇਹਨੂੰ ਤੋੜ ਦਿਆਂਗੇ ਤੇ ਇਹਦੇ ਵਿੱਚੋਂ ਦੌਲਤ ਪ੍ਰਾਪਤ ਹੋਵੇਗੀ। ਜੋ ਬਾਜੂ ਬਾ ਕੋਸ਼ਿਸ਼ ਦਰਿਆਮਤ ਅਜ਼ਾ। ਇਹਨਾਂ ਧੋਬੀਆਂ ਨੇ ਕੋਸ਼ਿਸ਼ ਕੀਤੀ, ਯਤਨ ਕੀਤਾ ਤੇ ਮੁਸ਼ਕਲ ਦੇ ਨਾਲ ਉਹ ਜਿਹੜਾ ਸੰਦੂਕ ਰੁੜਦੇ ਦਰਿਆ ਦੇ ਵਿੱਚੋਂ ਬਾਹਰ ਕੱਢ ਲਿਆ ਹੈ। ਬਾਦਸਤੰਦ ਰਾਮਤ ਮਤਾਏ ਗੇਰਾ। ਮਹਾਰਾਜ ਜੀ ਕਹਿੰਦੇ ਉਸ ਵਕਤ ਜਿਹੜਾ ਇਹ ਸੰਦੂਕ ਉਹਨਾਂ ਦੇ ਹੱਥ ਦੇ ਵਿੱਚ ਆ ਗਿਆ ਤੇ ਹੁਣ ਮਨ ਦੇ ਅੰਦਰ ਸੋਚਦੇ ਨੇ ਵੀ ਇਹਦੇ ਵਿੱਚ ਬੜੀ ਦੌਲਤ ਹੋਵੇਗੀ, ਬੜੇ ਪਦਾਰਥ ਹੋਵਣਗੇ, ਅਸੀਂ ਅਮੀਰ ਹੋ ਜਾਵਾਂਗੇ। ਸ਼ਿਕਸਤੰਦ ਮੋਹਰਸ਼ ਬਰਾਏ ਮਤਾ। ਉਹਦੇ ਉੱਤੇ ਮੋਹਰ ਲੱਗੀ ਸੀਗੀ, ਜਿਵੇਂ ਪੁਰਾਣੇ ਸਮੇਂ ਵਿੱਚ ਜਦੋਂ ਸੀਲ ਲਾਉਂਦੇ ਸਨ, ਲਾਲ ਜੇ ਰੰਗ ਦੀ ਮੋਹਰ ਜਿਹੜੀ ਸੀ ਉਹ ਲਾ ਕੇ ਉਹਨੂੰ ਗਰਮ ਕਰਕੇ ਬਿਲਕੁਲ ਬੰਦ ਕਰਦੇ ਸਨ। ਇਹਨਾਂ ਨੇ ਉਹ ਜਿਹੜੀ ਮੋਹਰਸ਼, ਜਿਹੜੀ ਮੋਹਰ ਸੀਗੀ, ਉਹਨੂੰ ਤੋੜ ਦਿੱਤਾ ਹੈ। ਪਦੀਦਾਮ ਦੈਜ਼ਾ ਚੋ ਰਖਸ਼ਿੰਦ ਮਾ। ਜਦੋਂ ਉਹਨੂੰ ਖੋਲਿਆ ਤੇ ਉਹਦੇ ਵਿੱਚੋਂ ਜੈਸੇ ਆਕਾਸ਼ ਦੇ ਵਿੱਚ ਚਮਕਦਾ ਚੰਦਰਮਾ ਹੁੰਦਾ ਹੈ, ਚੰਦਰਮੇ ਜਿਹਾ ਕਹਿੰਦੇ ਚਮਕਣ ਵਾਲਾ ਇੱਕ ਪੁੱਤਰ, ਇੱਕ ਬੱਚਾ ਪ੍ਰਗਟ ਹੋਇਆ ਹੈ। ਵਜ਼ਾਗਾਜ ਰਾਖਾਨ ਹੈ ਕੋਦਕ ਚੁਨੇ। ਮਹਾਰਾਜ ਕਹਿੰਦੇ ਉਹਨਾਂ ਵਿੱਚੋਂ ਇੱਕ ਧੋਬੀ ਸੀਗਾ, ਜਿਹਦੇ ਘਰ ਦੇ ਵਿੱਚ ਕੋਈ ਲੜਕਾ ਨਹੀਂ ਸੀ, ਕੋਈ ਬੱਚਾ ਨਹੀਂ ਸੀ। ਖੁਦਾ ਮਨ ਪੇ ਸਰਦਾਦ ਈ ਹੰਬ ਸੇ। ਉਹਨੇ ਧੋਬੀ ਨੇ ਉਹ ਬੱਚਾ ਚੁੱਕ ਲਿਆ। ਬੱਚਾ ਚੁੱਕ ਕਰਕੇ ਉਹ ਰੱਬ ਦਾ ਸ਼ੁਕਰ ਕਰਨ ਲੱਗਾ, ਆਖਦਾ ਵੀ ਅੱਜ ਤੋਂ ਬਾਅਦ ਇਹ ਮੇਰਾ ਹੀ ਪੁੱਤਰ ਹੈ, ਖੁਦਾ ਨੇ ਮੈਨੂੰ ਪੁੱਤਰ ਦਿੱਤਾ, ਮੇਰੇ ਘਰ ਵਿੱਚ ਕੋਈ ਪੁੱਤਰ ਨਹੀਂ ਸੀ। ਬਿਆਵਰਦ ਔਰਾ ਗਿਰਫਤ ਆ ਅਕੀ। ਜਦੋਂ ਉਹਨੂੰ ਘਰ ਦੇ ਵਿੱਚ ਲੈ ਗਿਆ, ਉਸ ਬੱਚੇ ਦੇ ਹੱਥ ਦੇ ਵਿੱਚ ਇੱਕ ਲਾਲ ਸੀਗਾ, ਉਹਨੂੰ ਘਰ ਜਾ ਕੇ ਉਹ ਲਾਲ ਦੀ ਪ੍ਰਾਪਤੀ ਹੋ ਗਈ ਤੇ ਉਹਨੇ ਸ਼ੁਕਰ ਕੀਤਾ ਪਰਮੇਸ਼ਰ ਦਾ ਵੀ ਇੰਨਾ ਕੀਮਤੀ ਲਾਲ ਉਹਨੂੰ ਇਸ ਬੱਚੇ ਦੇ ਨਾਲ ਪ੍ਰਾਪਤ ਹੋਇਆ ਹੈ। ਸ਼ੁਕਰ ਕਰਦ ਯਜ਼ਦਾਨ ਆਜ਼ਮ ਅਮੀ। ਜੋ ਸਭ ਤੋਂ ਵੱਡਾ ਹੈ ਉਹ ਅਕਾਲ ਪੁਰਖ ਵਾਹਿਗੁਰੂ, ਕਹਿੰਦੇ ਉਸ ਅਕਾਲ ਪੁਰਖ ਦਾ ਉਹ ਸ਼ੁਕਰ ਕਰਦਾ ਹੈ। ਕੁਨਦ ਪਰਵਰਸ਼ਰਾ ਚੋ ਪਿਸਰੇ ਅਜ਼ੀਮ। ਇਸ ਤਰ੍ਹਾਂ ਉਹਨੇ ਆਪਣੇ ਪੁੱਤਰ ਨੂੰ, ਜੋ ਅਜ਼ੀਮ ਬੜਾ ਪਿਆਰਾ ਪੁੱਤਰ ਸੀਗਾ ਤੇ ਜਿਹੜਾ ਇੱਕ ਵੱਡਾ ਬਾਦਸ਼ਾਹ ਸੀ, ਉਹਨੂੰ ਪ੍ਰੇਮ ਦੇ ਨਾਲ ਉਹਦੀ ਪਰਵਰਿਸ਼ ਕੀਤੀ ਹੈ, ਉਹਦੀ ਪਾਲਣਾ ਕੀਤੀ ਹੈ। ਬਾਯਾਦੇ ਖੁਦਾ ਕਿਬਲ ਹੈ ਕਾਬਹਿ ਕਰੀਮ। ਮਹਾਰਾਜ ਜੀ ਕਹਿੰਦੇ ਉਸ ਧੋਬੀ ਦਾ ਜਿਹੜਾ ਨਾਮ ਸੀ ਨਾ, ਉਹ ਕਰੀਮ ਸੀਗਾ। ਇਸ ਪ੍ਰਕਾਰ ਕਹਿੰਦੇ ਬੜੇ ਪ੍ਰੇਮ ਦੇ ਨਾਲ ਉਹ ਇਸ ਬੱਚੇ ਦੀ ਪ੍ਰਤਾਪੀ, ਬੱਚੇ ਦੀ ਪਾਲਣਾ ਕਰਦਾ ਹੈ। ਜੋ ਬੁਗਜਸ਼ਤ ਬਰਵੈ ਦੁਸੇ ਸਾਲ ਮਾ। ਬਾਯਾਦੇ ਖੁਦਾ ਕਿਬਲ ਹੈ ਕਾਬਹਿ ਕਰੀਮ। ਇੱਕ ਪਾਸੇ ਉਹ ਮੱਕੇ ਕਾਬੇ ਨੂੰ ਚੇਤੇ ਕਰਦਾ ਹੈ, ਸ਼ੁਕਰ ਕਰਦਾ ਹੈ, ਦੂਜੇ ਪਾਸੇ ਉਹ ਖੁਦਾ ਨੂੰ ਵੀ ਯਾਦ ਕਰਦਾ, ਸ਼ੁਕਰਾਨਾ ਕਰਦਿਆਂ ਉਸ ਬੱਚੇ ਨੂੰ ਪਾਲਦਾ ਹੈ। ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਬੱਚੇ ਦੀ ਪਾਲਣਾ ਕਰਦਿਆਂ ਕਰਦਿਆਂ ਕਰੀਬਨ 2-3 ਸਾਲ ਤੇ ਕੁਝ ਮਹੀਨਿਆਂ ਦਾ ਸਮਾਂ ਗੁਜ਼ਰ ਗਿਆ ਹੈ। ਕਜ਼ੋ ਦੁਖਤ ਰੇਖਾਨ ਹੈ ਆਵਰਦ ਸ਼ਾਹ। ਇਹ ਜਿਹੜਾ ਧੋਬੀ ਸੀ, ਇਹਦੇ ਘਰ ਦੇ ਵਿੱਚ ਉਹਦੀ ਇੱਕ ਬੇਟੀ ਹੈ ਇਕਲੌਤੀ, ਕਿਉਂਕਿ ਪੁੱਤਰ ਕੋਈ ਨਹੀਂ ਸੀਗਾ, ਲੜਕਾ ਕੋਈ ਨਹੀਂ ਸੀ ਘਰ ਦੇ ਵਿੱਚ। ਕਹਿੰਦੇ ਉਹ ਜਿਹੜੀ ਬੇਟੀ ਨੇ ਕੀ ਕੀਤਾ ਵੀ ਇਹ ਬੱਚਾ ਲਿਆ ਤੇ ਉਹ ਜਿਹੜੀ ਰੂਮ ਦੀ ਬਾਦਸ਼ਾਹ ਸੀਗੀ ਲੜਕੀ, ਉਹਦੇ ਕੋਲ ਉਹ ਇਸ ਬੱਚੇ ਨੂੰ ਲੈ ਗਈ ਹੈ। ਨਜ਼ਰ ਕਰਦ ਬਰਵੈ ਹੁਮਾਏ ਅਜ਼ੀ। ਇਸ ਤਰ੍ਹਾਂ ਉਸ ਲੜਕੀ ਨੇ ਕਹਿੰਦੇ ਆਪਣੀ ਨਜ਼ਰ ਘੁਮਾਈ, ਜਦੋਂ ਇਸ ਬੱਚੇ ਨੂੰ ਵੇਖਿਆ ਹੈ, ਯਾਦਾਮ ਦਸ ਪਿਸਰ ਗਾਜ਼ਰ ਕਰੀ। ਸਾਧ ਸੰਗਤ ਜੀ ਉਹਨੂੰ ਯਾਦ ਆਇਆ। ਉਹਨੇ ਜਦੋਂ ਬੱਚੇ ਨੂੰ ਵੇਖਿਆ, ਕੁਝ ਖਿਆਲ ਅੰਦਰ ਪਨਪਿਆ,
ਕਿਉਂਕਿ ਬੱਚਾ ਤਾਂ ਇਹਦਾ ਹੀ ਸੀਗਾ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੇ ਉਸ ਵਕਤ ਪੁੱਛਿਆ, ਆਖਣ ਲੱਗੀ ਕਿ ਇਹ ਬੱਚਾ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ ਹੈ? ਵੇ ਪੁਰਸ਼ੀਦ ਔਰਾ ਕੇ ਏ ਨੇਕ ਜਸ਼। ਉਹਨੇ ਆਖਿਆ ਕਿ ਇਹ ਨੇਕ ਔਰਤ, ਇਹ ਜਿਹੜਾ ਬੱਚਾ ਤੁਹਾਨੂੰ ਕਿੱਥੋਂ ਪ੍ਰਾਪਤ ਹੋਇਆ ਹੈ, ਤੁਸੀਂ ਕਿੱਥੋਂ ਲੈ ਕੇ ਆਏ ਹੋ? ਕੁਜਾ ਯਾਪਤੀ ਪਿਸਰ ਖੁਸ਼ ਖੋਏ ਤਨ। ਇਹ ਜਿਹੜਾ ਬੱਚਾ ਸੁਭਾਅ ਕਰਕੇ, ਸਰੀਰ ਕਰਕੇ ਬੜਾ ਪਿਆਰਾ ਤੇ ਬੜਾ ਚੰਗਾ ਹੈ, ਤੁਹਾਨੂੰ ਕਿੱਥੋਂ ਮਿਲਿਆ? ਕਿਉਂਕਿ ਮੈਂ ਤਾਂ ਜਾਣਦੀ ਹਾਂ ਵੀ ਤੁਹਾਡੇ ਘਰ ਦੇ ਵਿੱਚ ਲੜਕਾ ਨਹੀਂ, ਪਰ ਇਹ ਲੜਕਾ ਤੁਹਾਨੂੰ ਕਿੱਥੋਂ ਮਿਲਿਆ ਹੈ? ਵਿਦਾਨੇਮ ਖਾਨੇਮ ਸ਼ਨਾਸੇਮ ਮਨ। ਫਿਰ ਉਹ ਮਨ ਵਿੱਚ ਇਹ ਗੱਲ ਸੋਚਦੀ ਵੀ ਹੈ, ਕਿਤੇ ਨਾ ਕਿਤੇ ਉਹਦੇ ਅੰਦਰ ਦਾ ਜਿਹੜਾ ਮੋਹ ਹੈ ਨਾ, ਉਹਨੂੰ ਖਿਆਲ ਵੀ ਪ੍ਰਗਟ ਕਰਨ ਦੇ ਰਿਹਾ ਵੀ ਮੈਨੂੰ ਪਛਾਣਦੀ ਆ, ਮੈਨੂੰ ਜਾਣਦੀ ਆ। ਮਨ ਹੀ ਮਨ ਕਹਿਣ ਲੱਗੀ, ਵਿਦਾਨੇਮ ਖਾਨੇਮ ਸਨਾਸੇਮ, ਵੀ ਇਸ ਬੱਚੇ ਨੂੰ ਮੈਂ ਪਛਾਣਦੀ ਆ, ਇਹਨੂੰ ਜਾਣਦੀ ਆ, ਵੀ ਇਹ ਗੱਲ ਮੈਂ ਕਹਿਨੀ ਆ ਵੀ ਇਹ ਬੱਚਾ ਮੇਰੀ ਜਾਣ ਪਛਾਣ ਦਾ ਹੈ। ਯਕੇ ਮਨਸ਼ ਨਾਸ਼ਮ ਨਾ ਦੀਗਰ ਸੁਖਨ। ਪਰ ਉਹ ਜਿਹੜਾ ਭੇਦ ਸੀਗਾ, ਉਹ ਕਹਿੰਦੀ ਕੇਵਲ ਮੈਂ ਹੀ ਜਾਣਦੀ ਆ, ਮੇਰੇ ਤੋਂ ਬਿਨਾ ਇਹ ਭੇਦ ਹੋਰ ਕੋਈ ਨਹੀਂ ਜਾਣਦਾ ਵੀ ਇਹ ਮੇਰੀ ਆਪਣੀ ਖੁਦ ਦੀ ਸੰਤਾਨ ਹੈ। ਦਵੀਦੰਦ ਮਰਦਮ ਬੁਖਾਦਮ ਕਜ਼ੋ। ਸਾਧ ਸੰਗਤ ਜੀ, ਉਸ ਵਕਤ ਉਹਨੇ ਆਖਿਆ ਕਿ ਜਾਓ, ਜਾ ਕੇ ਧੋਬੀ ਨੂੰ ਪੁੱਛੋ ਇਹ ਬੱਚਾ ਕਿੱਥੋਂ ਆਇਆ, ਉਹ ਜਵਾਬ ਦੇਵੇ ਇਹ ਬੱਚਾ ਕਿੱਥੋਂ ਲੈ ਕੇ ਆਇਆ, ਕਿਹਦਾ ਬੱਚਾ ਉਹਦੇ ਕੋਲ ਆ ਗਿਆ ਹੈ। ਤੋ ਜਿਹੜੇ ਬੁਖਾਦਮ ਕਜ਼ੋ, ਜਿਹੜੇ ਇਹ ਚਾਹੁੰਦੇ ਸਨ ਕਿ ਇਹ ਜਿਹੜਾ ਬੱਚਾ ਉਹ ਧੋਬੀ ਲੈ ਕੇ ਆਇਆ ਤੇ ਕਿੱਥੋਂ ਲੈ ਕੇ ਆਇਆ, ਇਸ ਗੱਲ ਨੂੰ ਜਾਣਨ ਵਾਲੇ ਲੋਕ ਦੌੜ ਕੇ ਉਹਦੇ ਘਰ ਨੂੰ ਗਏ ਹਨ ਕਿ ਅਜ਼ਖਾਨ ਹੀ ਗਾਜ਼ਰਾਨਸ਼ ਅਜ਼ੋ। ਜਿਸ ਜਗ੍ਹਾ ਤੇ ਮਹਾਰਾਜ ਕਹਿੰਦੇ ਉਹਨਾਂ ਧੋਬੀਆਂ ਦੇ ਘਰ ਸਨ, ਦੌੜ ਕੇ ਉਹਦੇ ਘਰ ਵਿੱਚ ਜਾ ਪਹੁੰਚੇ ਹਨ। ਬੁਖਾਦੰਦ ਔਰਾ ਬੋ ਬਸਤੰਦ ਸ਼ਕਤ। ਉਹਨਾਂ ਨੇ ਜਾ ਕਰਕੇ ਉਸ ਕਾਜੀ ਨੂੰ ਬੁਲਾਇਆ ਤੇ ਪਕੜ ਕੇ ਉਹਨੂੰ ਸਖਤੀ ਦੇ ਨਾਲ ਬੰਨ ਲਿਆ ਹੈ। ਬੇਪੁਰਸ਼ੀਦ ਔਰਾ ਕੇ ਏ ਨੇਕ ਬਖਤ। ਉਸ ਲੜਕੀ ਦੇ ਕੋਲ, ਬਾਦਸ਼ਾਹ ਦੇ ਕੋਲ ਉਹਨੂੰ ਲੈ ਕਰਕੇ ਆਏ। ਜਦੋਂ ਉਹ ਦਰਬਾਰ ਦੇ ਵਿੱਚ ਆਇਆ, ਉਹ ਬੁਲਾ ਕੇ ਪੁੱਛਣ ਲੱਗੀ, ਹੇ ਨੇਕ ਇਨਸਾਨ, ਵੱਡੇ ਭਾਗਾਂ ਵਾਲੇ, ਮੈਨੂੰ ਇਹ ਦੱਸਣਾ ਕਰ। ਗੋਇਮ ਤੋ ਰਾਹਮ ਚੁ ਇਯਾਫਤਮ। ਆਖਦੀ ਕਿ ਮੈਂ ਇਸ ਗੱਲ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਬੱਚਾ ਹੈ ਇਹ ਤੇਰੇ ਕੋਲ ਕਿੱਥੋਂ ਆਇਆ ਹੈ, ਕਿਉਂਕਿ ਤੇਰੇ ਘਰ ਵਿੱਚ ਕੋਈ ਲੜਕਾ ਨਹੀਂ ਸੀਗਾ, ਸੋ ਇਹ ਲੜਕਾ ਤੈਨੂੰ ਕਿੱਥੋਂ ਪ੍ਰਾਪਤ ਹੋ ਗਿਆ ਹੈ। ਨੁਮਾਇਮ ਬਤੋ ਹਾਲ ਚੂ ਸਾਖਤਮ। ਇਹ ਗੱਲ ਸੁਣ ਕੇ ਉਹ ਧੋਬੀ ਆਖਣ ਲੱਗਾ, ਜੀ ਮੈਂ ਤੁਹਾਨੂੰ ਸਾਰਾ ਹਾਲ ਸੁਣਾਉਣਾ, ਮੈਂ ਸਾਰੀ ਗੱਲ ਸੁਣਾਉਣਾ ਕਿ ਇਹ ਬੱਚਾ ਸਾਨੂੰ ਕਿਵੇਂ ਪ੍ਰਾਪਤ ਹੋਇਆ ਹੈ। ਕਿ ਸਾਲੇ ਫਲਾ ਮਾਹ ਦਰ ਵਕਤ ਸ਼ਾਮ। ਉਹਨੇ ਆਖਿਆ ਕਿ ਸਾਲੇ ਫਲਾਂ, ਵੀ ਫਲਾਣਾ ਸਾਲ ਸੀਗਾ, ਇਹ ਫਲਾਣਾ ਮਹੀਨਾ ਸੀਗਾ, ਤੇ ਵਕਤ ਸ਼ਾਮ, ਸ਼ਾਮ ਦਾ ਵਕਤ ਸੀ। ਕਿ ਈਕਾਰ ਰਾ ਕਰਦੇ ਅਮੰਤਮਾ। ਅਸੀਂ ਸਾਰੇ ਧੋਬੀ ਇਕੱਠੇ ਹੋ ਕਰਕੇ ਦਰਿਆ ਦੇ ਕੰਢੇ ਤੇ ਬੈਠੇ ਆਪਣਾ ਕੰਮਕਾਰ ਕਰ ਰਹੇ ਸੀ, ਕੱਪੜੇ ਧੋ ਰਹੇ ਸੀ। ਗਿਰਫਤੇ ਮਸੰਦੂਕ ਦਰਿਆ ਅਮੀ। ਅਚਾਨਕ ਅਸੀਂ ਵੇਖਿਆ ਵੀ ਡੂੰਘੇ ਦਰਿਆ ਦੇ ਵਿੱਚ ਇੱਕ ਸੰਦੂਖ ਰੁੜਿਆ ਜਾਂਦਾ ਹੈ। ਯਕੇ ਦਸਤ ਜ਼ੋ ਯਾਫਤਮ ਈ ਅਕੀ। ਤੇ ਅਸੀਂ ਉਸੇ ਵਕਤ ਹੀ ਜਾ ਕਰਕੇ ਇਹ ਜਿਹੜਾ ਸੰਦੂਖ ਪਾਣੀ ਦੇ ਵਿੱਚੋਂ ਬਾਹਰ ਕੱਢਿਆ, ਤੇ ਜਦੋਂ ਅਸੀਂ ਉਹਨੂੰ ਖੋਲ ਕੇ ਵੇਖਿਆ, ਉਹਦੇ ਵਿੱਚੋਂ ਇੱਕ ਬੱਚਾ ਨਿਕਲਿਆ। ਉਹ ਇਹ ਬੱਚਾ ਹੈ। ਔਰ ਜਦੋਂ ਇਹ ਬੱਚਾ ਵਿੱਚੋਂ ਨਿਕਲਿਆ ਤੇ ਇਹਦੇ ਹੱਥ ਦੇ ਵਿੱਚ ਇੱਕ ਲਾਲ ਵੀ ਸੀ, ਉਹ ਲਾਲ ਵੀ ਲੈ ਕੇ ਆਇਆ। ਉਹਨੇ ਲਾਲ ਉਹ ਸੰਭਾਲ ਕੇ ਰੱਖਿਆ ਹੋਇਆ ਸੀ ਧੋਬੀ ਨੇ। ਉਹਨੇ ਆਖਿਆ ਵੀ ਇਹ ਬੱਚਾ ਤੇ ਲਾਲ ਜਿਹੜਾ ਸੀ ਮੈਨੂੰ ਸੰਦੂਖ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਬਦੀ ਦੰਦ ਗੌਹਰ ਗਿਰਫਤੰਦ ਜ਼ਾ। ਇਹ ਜਿਹੜਾ ਬੱਚਾ, ਜਿਹੜਾ ਗੌਹਰ, ਮੋਤੀਆਂ ਦੇ ਵਾਂਗੂ ਚਮਕਣ ਵਾਲਾ ਹੈ, ਮੋਤੀਆਂ ਦੇ ਵਾਂਗੂ ਜਿਹੜਾ ਪ੍ਰਕਾਸ਼ਮੰਦ ਹੈ। ਸ਼ਨਾ ਸਦਕੇ ਈ ਪਿਸਰ ਹਸਤਾ ਹੁਮਾ। ਇਹ ਜਿਹੜਾ ਬੱਚਾ ਫਿਰ ਸਾਡੇ ਹੱਥ ਵਿੱਚ ਆਇਆ, ਤੇ ਮੇਰੇ ਘਰ ਵਿੱਚ ਕੋਈ ਬੱਚਾ ਨਹੀਂ ਸੀ, ਤੇ ਮੈਂ ਇਹਦੀ ਫਿਰ ਆਪਣੇ ਹੱਥੀਂ ਪ੍ਰਤਪਾਲਣਾ ਕੀਤੀ। ਜਦੋਂ ਉਹਨੇ ਲਾਲ ਵੇਖਿਆ ਨਾ, ਫਿਰ ਉਹ ਪਛਾਣ ਗਈ, ਉਹਨੂੰ ਨਿਸ਼ਚਾ ਹੋ ਗਿਆ। ਪਹਿਲਾਂ ਤਾਂ ਸੋਚ ਹੀ ਰਹੀ ਸੀ ਵੀ ਇਹ ਬੱਚਾ ਮੇਰਾ ਹੈ, ਮੈਨੂੰ ਪਛਾਣਦੀ ਆ,
ਪਰ ਸਤਿਗੁਰੂ ਕਹਿੰਦੇ ਜਦੋਂ ਉਹ ਲਾਲ ਵੇਖਿਆ ਸ਼ਨਾਸ਼ਦ ਕੇ ਈ ਪਿਸ਼ਰ ਹਸਤ ਆ ਹੁਮਾ, ਉਹ ਸੋਚਣ ਲੱਗੀ ਵੀ ਇਹ ਤਾਂ ਬੱਚਾ ਮੇਰਾ, ਇਹਨੂੰ ਮੈਂ ਚੰਗੀ ਤਰ੍ਹਾਂ ਪਛਾਣ ਲਿਆ ਹੈ। ਬਰੋ ਤਾਜ ਹੈ ਸ਼ੁੱਧ ਸ਼ੀਰ ਪਿਸਤਾ ਅਜ਼ੋ। ਉਸ ਵਕਤ ਅਕਾਲ ਪੁਰਖ ਦੀ ਇਹੋ ਜੀ ਖੇਡ ਵਰਤੀ, ਉਹਦੇ ਸੀਨੇ ਦੇ ਵਿੱਚ ਦੁੱਧ ਉਤਰ ਆਇਆ ਹੈ। ਬਿਜ਼ਦ ਸੀਨ ਹੈ ਖੁਦ ਹਰਦੋ ਦਸਤਾ ਅਜ਼ੋ। ਪਰ ਮਹਾਰਾਜ ਕਹਿੰਦੇ ਜਦੋਂ ਸੀਨੇ 'ਚ ਦੁੱਧ ਉਤਰਿਆ, ਦੁੱਧ ਤਾਜ਼ਾ ਹੋਇਆ ਤੇ ਉਹ ਦੱਸ ਨਾ ਸਕੀ ਕਿਸੇ ਨੂੰ, ਉਹਨੇ ਆਪਣੇ ਸੀਨੇ ਦੇ ਉੱਪਰ ਆਪਣੇ ਦੋਨੇ ਹੱਥ ਰੱਖ ਲਏ ਹਨ। ਸ਼ਨਾਸਤ ਅਜ਼ੋ ਹਰ ਦੁਲਬ ਬਰ ਕੁਸ਼ਾਰ। ਪਰ ਉਹ ਬੱਚਾ ਦੇਖੋ ਜੀ, ਇਸ ਭਾਵ ਨੂੰ ਇੱਕ ਮਮਤਾ ਵਾਲੇ ਪਾਸੇ ਲੈ ਕੇ ਜਾਣਾ ਕੁਦਰਤੀ ਗੱਲ ਹੈ ਕਿ ਬੱਚੇ ਨੂੰ ਜਦੋਂ ਭੁੱਖ ਲੱਗਦੀ ਹੈ ਤੇ ਮਾਤਾ ਦੇ ਸੀਨੇ ਵਿੱਚ ਦੁੱਧ ਉਤਰ ਆਉਂਦਾ ਹੈ। ਇਹ ਕੁਦਰਤ ਨੇ, ਅਕਾਲ ਪੁਰਖ ਨੇ ਕਲਾ ਹੀ ਇਹੋ ਜੀ ਵਰਤਾਈ ਹੋਈ ਹੈ। ਔਰ ਇਸ ਚੀਜ਼ ਨੂੰ ਕਰੀਬਨ ਹਰ ਇੱਕ ਮਨੁੱਖ ਭਲੀ ਪ੍ਰਕਾਰ ਜਾਣਦਾ ਹੈ। ਮਹਾਰਾਜ ਜੀ ਕਹਿੰਦੇ ਵੀ ਉਹ ਜਿਹੜਾ ਛੋਟਾ ਜਿਹਾ ਬੱਚਾ ਸੀ ਨਾ, ਉਹਨੇ ਮੂੰਹ ਖੋਲਿਆ, ਆਪਣੇ ਬੁੱਲ ਖੋਲੇ। ਇਸ ਤਰ੍ਹਾਂ ਜਾਣੋ ਵੀ ਜਿਵੇਂ ਅੰਦਰੋਂ ਉਹ ਭੁੱਖਾ ਸੀਗਾ। ਜਦੋਂ ਬੱਚੇ ਨੇ ਆਪਣੇ ਬੁੱਲ ਖੋਲੇ ਦੁੱਧ ਪੀਣ ਵਾਸਤੇ, ਤੇ ਮਾਤਾ ਜਿਹੜੀ ਸੀ, ਉਸ ਲੜਕੀ ਨੇ, ਉਸ ਮਾਤਾ ਨੇ ਆਪਣੇ ਸੀਨੇ ਤੇ ਹੱਥ ਰੱਖ ਲਏ ਹਨ ਕਿ ਜ਼ਾਹਰ ਨਾ ਕਰ ਦਸ਼ ਦਿਲ ਅੰਦਰ ਨਿਹਾਲ। ਹੁਣ ਉਸ ਗੱਲ ਨੂੰ ਜ਼ਾਹਰ ਨਹੀਂ ਸੀ ਕਰਨਾ ਚਾਹੁੰਦੀ। ਜੇ ਲੋਕਾਂ ਨੂੰ ਕਹਿੰਦੀ ਵੀ ਮੇਰਾ ਬੱਚਾ ਹੈ, ਫਿਰ ਉੱਥੇ ਸਵਾਲ ਖੜਾ ਹੋ ਜਾਣਾ ਸੀ, ਤੇਰਾ ਬੱਚਾ ਕਿੱਥੋਂ ਹੋਇਆ? ਜੇ ਤੇਰਾ ਸੀ ਫਿਰ ਦਰਿਆ 'ਚ ਕਿਉਂ ਰੋੜਿਆ? ਇਸ ਵਾਸਤੇ ਉਹਨੇ ਉਹ ਗੱਲ ਜ਼ਾਹਰ ਹੀ ਨਹੀਂ ਕੀਤੀ, ਆਪਣੇ ਅੰਦਰ ਰੱਖ ਲਈ ਹੈ, ਗੱਲ ਨੂੰ ਪ੍ਰਗਟ ਨਹੀਂ ਕੀਤਾ। ਦਿਗਰ ਰੋਜ਼ ਰਫਤੰਦ ਜ਼ੋਜੈ ਫਲਾ। ਫਿਰ ਉਹਨੇ ਨਾ ਉੱਥੇ ਇੱਕ ਕਹਾਣੀ ਬਣਾਈ। ਉਹਨੇ ਕਹਾਣੀ ਬਣਾਈ, ਕਹਿੰਦੇ ਦਿਗਰ ਰੋਜ਼ ਰਫਤੰਦ ਜ਼ੋਜੈ ਫਲਾ, ਵੀ ਫਲਾਣਾ ਜਿਹੜਾ ਮਨੁੱਖ ਸੀ, ਉਹਦੀ ਜਿਹੜੀ ਵਹੁਟੀ ਹੈ, ਜਿਹੜਾ ਇਹ ਸ਼ਬਦ ਹੈ ਨਾ ਜ਼ੌਜ ਹੈ, ਇਹ ਵਹੁਟੀ ਵਾਸਤੇ ਵਰਤਿਆ ਜਾਂਦਾ ਹੈ ਵੀ ਫਲਾਣੇ ਦੀ ਜਿਹੜੀ ਵਹੁਟੀ ਸੀ ਉਹ ਕੱਲ ਨੂੰ ਚਲੀ ਗਈ, ਭਾਵ ਦੁਨੀਆ ਤੋਂ ਰੁਖਸਤ ਹੋ ਗਈ ਹੈ। ਮਰਾ ਖਾਬ ਦਾਦੈ ਬਜ਼ੁਰਗੇ ਹੁਮਾ। ਮਰਾ ਖਾਬ ਦਾਦਾ, ਉਹ ਮੈਨੂੰ ਖਾਬ ਵਿੱਚ ਉਹ ਬਜ਼ੁਰਗ ਜਿਹੜਾ, ਉਹਨੇ ਉਹਦੇ ਲਈ ਫਿਰ ਬਜ਼ੁਰਗ ਸ਼ਬਦ ਵਰਤਿਆ। ਉਹਨੇ ਆਖਿਆ ਵੀ ਉਹ ਬਜ਼ੁਰਗ ਮੇਰੇ ਖਾਬ ਦੇ ਵਿੱਚ, ਮੇਰੇ ਸੁਪਨੇ ਦੇ ਵਿੱਚ ਮੈਨੂੰ ਦਿਖਾਈ ਦਿੱਤਾ ਹੈ। ਤੋ ਰਾਮਨ ਕੇ ਫਰਜੰਦ ਬਖਸ਼ੀ ਦੇਮ। ਕਹਿੰਦੇ ਉਹਨੇ ਬਜ਼ੁਰਗ ਨੇ ਮੈਨੂੰ ਇਹ ਗੱਲ ਆਖੀ ਕਿ ਮੈਂ ਤੈਨੂੰ ਇੱਕ ਫਰਜ਼ੰਦ, ਇੱਕ ਪੁੱਤਰ ਬਖਸ਼ਿਸ਼ ਕੀਤਾ ਹੈ। ਚਰਾਗੇ ਕਿਆਰਾ ਦਰਖਸ਼ੀਦ ਹਮ। ਤੋ ਇਹ ਜਿਹੜਾ ਬੱਚਾ ਤੈਨੂੰ ਬਖਸ਼ਿਸ਼ ਕੀਤਾ ਨਾ, ਇਹ ਜਿਹੜਾ ਤੁਹਾਡਾ ਕਿਆਰਾ ਖਾਨਦਾਨ ਹੈ। ਕੱਲ ਦਾਸ ਨੇ ਦਾ ਜ਼ਿਕਰ ਕੀਤਾ ਸੀਗਾ, ਜਿਹੜੀ ਆਪਾਂ ਕੱਲ ਕਹਾਣੀ ਸੁਣੀ ਹੈ, ਉਹਦੇ ਵਿੱਚ ਮਹਾਰਾਜ ਨੇ ਕਿਆਨੀ ਕਮਾਨ ਦਾ ਜ਼ਿਕਰ ਕੀਤਾ, ਜਿਹੜੀ ਕੈਂ ਖਾਨਦਾਨ ਦੀ ਸੀ। ਜਿਹੜਾ ਇਹ ਖਾਨਦਾਨ ਹੈ, ਇਹ ਕੈਂ ਖਾਨਦਾਨ ਸੀਗਾ, ਜਿਹਦੇ ਵਿੱਚ ਇਹ ਬੱਚਾ ਪ੍ਰਗਟ ਹੋਇਆ ਹੈ। ਤੋ ਇਸ ਪ੍ਰਕਾਰ ਉਹ ਲੜਕੀ ਆਖਣ ਲੱਗੀ ਚਰਾਗੇ ਕਿਆਰਾ, ਕਿ ਇਹ ਜਿਹੜਾ ਬੱਚਾ ਇਸ ਕੈ ਖਾਨਦਾਨ ਦਾ ਚਿਰਾਗ ਦੀਵਾ ਹੈ, ਜਿਹੜਾ ਇਹਨੂੰ ਅੱਗੇ ਰੋਸ਼ਨ ਕਰੇਗਾ ਸੰਸਾਰ ਅੰਦਰ। ਜੇ ਗੰਜੋ ਜ਼ਰਸ਼ਾ ਗੌਹਰੋ ਤਖਤ ਦਾ। ਤੇ ਕਹਿੰਦੇ ਹਨ ਕਿ ਉਹਨੇ ਇਹ ਵੀ ਆਖਿਆ ਕਿ ਗੰਜੋ ਜਿੰਨਾ ਧਨ ਵਾਲਾ ਖਜ਼ਾਨਾ ਹੈ, ਜ਼ਰ ਜਿਹੜਾ ਸੋਨਾ ਹੈ, ਗੌਹਰੋ ਜਿਹੜੇ ਮੋਤੀ ਆਦਿਕ ਹਨ, ਤਖਤ ਆਦਿਕ ਹੈ, ਰਾਜ ਭਾਗ, ਮੈਂ ਸਾਰਾ ਕੁਝ ਇਹਨੂੰ ਦੇ ਦਿੱਤਾ ਹੈ। ਵਜ਼ਾ ਬਿਸਰ ਰਾ ਖਾਨ ਹੈ ਖੁਦ ਨਿਹਾਲ। ਇਸ ਪ੍ਰਕਾਰ ਕਹਿੰਦੀ ਮੈਂ ਇਹਨੂੰ ਆਪਣਾ ਹੁਣ ਅੱਜ ਤੋਂ ਬਾਅਦ ਪੁੱਤਰ ਮੰਨ ਲਿਆ। ਉਹਨੇ ਇਹ ਜ਼ਾਹਰ ਨਹੀਂ ਕੀਤਾ ਵੀ ਇਹਨੇ ਜਨਮ ਮੇਰੇ ਉਧਰ ਤੋਂ ਲਿਆ, ਬਲਕਿ ਲੋਕਾਂ ਦੇ ਵਿੱਚ ਇਹ ਦਰਸਾ ਦਿੱਤਾ ਕਿ ਇਸ ਬੱਚੇ ਨੂੰ ਮੈਂ ਹੁਣ ਆਪ ਧਾਰਨ ਕਰ ਲਿਆ ਹੈ, ਇਹਨੂੰ ਆਪਣਾ ਪੁੱਤਰ ਕਬੂਲ ਕਰ ਲਿਆ ਹੈ। ਗੁਫਤਸ਼ ਕੇ ਈਰਾ ਦੇ ਦਰਿਆ ਫਤਮ। ਸਾਧ ਸੰਗਤ ਜੀ, ਉਹਨੇ ਆਖਿਆ ਕਿ ਇਹ ਬੱਚਾ ਮੈਨੂੰ ਦਰਿਆ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਕੇ ਦਾਰਾਬ ਨਾਮਸ ਅਜ਼ੋ ਸਾਖਤਮ। ਫਿਰ ਇਹਦਾ ਨਾਮ ਮੈਂ ਦਾਰਾਬ ਰੱਖਦੀ ਹਾਂ। ਦਰਾਬ ਦਾ ਆਖਰੀ ਅਰਥ ਹੈ ਜੀ ਜਿਹੜਾ ਦਰਿਆ ਵਿੱਚ ਰੁੜਦਾ ਹੋਇਆ ਮਿਲਿਆ, ਜਿਹੜਾ ਦਰਿਆ ਵਿੱਚੋਂ ਪ੍ਰਾਪਤ ਹੋਇਆ। ਕਹਿੰਦੀ ਮੈਂ ਆਪਣੇ ਬੱਚੇ ਦਾ ਨਾਮ ਦਾਰਾਬ ਰੱਖਦੀ ਹਾਂ, ਜੋ ਦਰਿਆ ਵਿੱਚੋਂ ਮਿਲਿਆ ਹੈ। ਕਿ ਸ਼ਾਹੀ ਜਹਾਂ ਰਬ ਦੋ ਮੇ ਦੇਹਮ। ਇਸ ਪ੍ਰਕਾਰ ਸਾਧ ਸੰਗਤ ਜੀ, ਉਹਨੇ ਆਪਣਾ ਜਿਹੜਾ ਜਹਾਨ ਦਾ ਸ਼ਾਹੀ ਤਖਤ ਸੀਗਾ, ਰੂਮ ਦਾ ਤਖਤ ਸੀਗਾ, ਆਪਣੇ ਉਸ ਬੱਚੇ ਨੂੰ, ਪੁੱਤਰ ਨੂੰ ਸੌਂਪ ਦਿੱਤਾ ਹੈ। ਵਜ਼ਾ ਤਾਜ ਇਕਬਾਲ ਬਰਸਰ ਨੇਹਮ। ਉਹਨੇ ਆਖਿਆ ਕਿ ਇਹ ਜਿਹੜਾ ਪ੍ਰਤਾਪ ਵਾਲਾ ਛਤਰ ਹੈ, ਚੌਰ ਹੈ,
ਇਹ ਜਿਹੜਾ ਬੱਚਾ ਇਹਦੇ ਲਾਇਕ ਹੈ, ਇਹਦੇ ਯੋਗ ਹੈ। ਮਰਾ ਖੁਸ਼ ਤਰਿਆਮਤ ਅਜ਼ਾ ਸੂਰਤਸ਼। ਮਹਾਰਾਜ ਜੀ ਕਹਿੰਦੇ ਇਸ ਪ੍ਰਕਾਰ ਉਹ ਜਿਹੜਾ ਬੱਚਾ ਸੁੰਦਰ ਸਰੂਪ ਵਾਲਾ ਹੌਲੀ ਹੌਲੀ ਜਿਉਂ ਵੱਡਾ ਹੋਇਆ ਹੈ, ਕਿ ਹੁਸਨਲ ਜਮਾਲਸਤ ਖੁਸ਼ ਸੂਰਤਸ਼। ਮਹਾਰਾਜ ਜੀ ਕਹਿੰਦੇ ਸੁੰਦਰਤਾ ਉਹਦੇ ਅੰਦਰ ਪ੍ਰਗਟ ਹੋਈ ਹੈ ਔਰ ਆਪਣੀ ਜਿਹੜੀ ਸੂਰਤ ਹੈ, ਆਪਣਾ ਸੁਭਾਅ ਸਰੂਪ ਜਿਹੜਾ ਉਹ ਵੀ ਉਹਦਾ ਬਹੁਤ ਸੁੰਦਰ ਤੇ ਸੋਹਣਾ ਪ੍ਰਗਟ ਹੋਇਆ ਹੈ। ਕਿ ਅਦਸ਼ਾਹੇ ਓਚੂ ਖਬਰ ਯਾਫਤਸ਼। ਜਦੋਂ ਰੂਮ ਦਾ ਉਹ ਬਾਦਸ਼ਾਹ ਬਣਿਆ, ਵੱਡਾ ਹੋਇਆ, ਤੇ ਸਾਹਿਬ ਕਹਿੰਦੇ ਖਬਰ ਯਾਫਤਸ, ਉਹਨੂੰ ਇਸ ਗੱਲ ਦੀ ਖਬਰ ਹੋਈ ਹੈ ਕਿ ਮੇਰਾ ਨਾਮ ਦਾਰਾਬ ਹੈ। ਉਹਨੂੰ ਪਹਿਲਾਂ ਨਹੀਂ ਸੀ ਪਤਾ, ਤੇ ਜਦੋਂ ਪੁੱਛਿਆ ਵੀ ਮੇਰਾ ਨਾਮ ਦਾਰਾਬ ਕਿਉਂ ਹੈ, ਤਾਂ ਪਤਾ ਲੱਗਿਆ ਤੂੰ ਦਰਿਆ ਵਿੱਚ ਰੁੜਦਾ ਜਾਂਦਾ ਸੀ, ਉਸ ਦਰਿਆ ਵਿੱਚੋਂ ਤੇਰੀ ਪ੍ਰਾਪਤੀ ਹੋਈ ਹੈ। ਜਦੋਂ ਇੰਨੀ ਗੱਲ ਉਹਨੇ ਸੁਣੀ, ਜਿਵੇਂ ਰਾਜਾ ਰਤਨ ਰਾਏ ਸੀ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਹਿਮਤ ਕੀਤੀ, ਰਾਜਾ ਰਾਮ ਇਹਨੂੰ ਪੁੱਤਰ ਬਖਸ਼ਿਆ, ਤੇ ਇਤਿਹਾਸਕਾਰ ਕਹਿੰਦੇ ਜਦੋਂ ਇਹਨੇ ਮੰਗਿਆ ਮਹਾਰਾਜ ਮੈਨੂੰ ਸੰਤਾਨ ਦਿਓ, ਤੇ ਗੁਰੂ ਸਾਹਿਬ ਜੀ ਨੇ ਇਹਦੇ ਪੱਟ ਤੇ ਆਪਣੀ ਮੋਹਰ ਲਾਈ, ਤੇ ਸਾਹਿਬ ਦਾ ਹੁਕਮ ਸੀ ਕਿ ਤੇਰਾ ਜਿਹੜਾ ਬੱਚਾ ਹੈ ਇਹਦੇ ਮੱਥੇ ਦੇ ਉੱਤੇ ਮੋਹਰ ਦਾ ਨਿਸ਼ਾਨ ਹੋਵੇਗਾ, ਇਹਦੇ ਕੇਸ ਕਤਲ ਨਾ ਕਰਾਈ, ਇਹਦੇ ਕੇਸ ਜਿਹੜੇ ਉਹ ਕਤਲ ਨਹੀਂ ਕਰਾਉਣੇ, ਇਹਨੂੰ ਸਾਬਤ ਸੂਰਤ ਰੱਖਣਾ ਹੈ ਤੇ ਗੁਰੂ ਕਾ ਸਿੱਖ ਬਣਾਉਣਾ। ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋਇਆ, ਇੱਕ ਦਿਨ ਸ਼ੀਸ਼ੇ ਦੇ ਸਾਹਮਣੇ ਖਲੋਤਾ, ਉਹਨੇ ਕੇਸਾਂ ਦੇ ਵਿੱਚ ਹੱਥ ਮਾਰਿਆ, ਉਹਨੇ ਨਿਸ਼ਾਨ ਜਦੋਂ ਦੇਖਿਆ ਨਾ, ਤੇ ਆਪਣੀ ਮਾਤਾ ਨੂੰ ਕਹਿਣ ਲੱਗਾ, ਮਾਤਾ ਵੀ ਇਹ ਬਚਪਨ 'ਚ ਕੋਈ ਚੋਟ ਲੱਗੀ ਸੀ? ਮਾਂ ਨੇ ਆਖਿਆ ਨਹੀਂ ਪੁੱਤਰ, ਇਹ ਚੋਟ ਤਾਂ ਨਹੀਂ, ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿਸ਼ਾਨੀ, ਉਹਨਾਂ ਨੇ ਬਚਨ ਆਖਿਆ ਸੀ ਤੁਹਾਡੇ ਘਰ ਦੇ ਵਿੱਚ ਸੰਤਾਨ ਹੋਵੇਗੀ, ਉਹਦੇ ਮੱਥੇ ਦੇ ਉੱਪਰ ਚਿੰਨ ਹੋਵੇਗਾ, ਨਿਸ਼ਾਨ ਹੋਵੇਗਾ। ਇਹ ਜਿਹੜਾ ਚਿੰਨ, ਇਹ ਜਿਹੜਾ ਨਿਸ਼ਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਦਾ, ਜਿਨ੍ਹਾਂ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ। ਫਿਰ ਇਹ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਜਿਹੜਾ ਪ੍ਰਸ਼ਾਦੀ ਹਾਥੀ ਸੀ, 5 ਕਲਾ ਸ਼ਸਤਰ ਸੀਗਾ, ਕਰੀਬਨ ਇਹ ਸਾਰੀਆਂ ਵਸਤੂਆਂ ਉਹਨੇ ਹੀ ਗੁਰੂ ਸਾਹਿਬ ਜੀ ਨੂੰ ਭੇਟ ਕੀਤੀਆਂ ਸਨ। ਤੋ ਸਾਧ ਸੰਗਤ ਜੀ, ਇਹਨੂੰ ਜਦੋਂ ਪਤਾ ਲੱਗਿਆ, ਜਦੋਂ ਵੱਡਾ ਹੋਇਆ ਵੀ ਮੇਰਾ ਨਾਮ ਦਾਰਾਬ ਹੈ, ਕਿ ਦਾਰਾਬ ਨਾਮੇ ਮੁਕਰਰਾ ਸੁਦਸ਼। ਕਹਿੰਦਾ ਮੇਰਾ ਨਾਮ ਇਹ ਮੁਕਰਰ ਕੀਤਾ ਗਿਆ ਵੀ ਮੈਂ ਦਾਰਾਬ ਹਾਂ, ਯਾਨੀ ਕਿ ਮੈਂ ਰੁੜਦਾ ਹੋਇਆ ਦਰਿਆ ਵਿੱਚੋਂ ਪ੍ਰਾਪਤ ਹੋਇਆ ਹਾਂ। ਅਜ਼ਾ ਸ਼ੇਰ ਸ਼ੁਧ ਸ਼ਾਹੇ ਦਾਰਾਏ ਦੀ। ਮਹਾਰਾਜ ਕਹਿੰਦੇ ਫਿਰ ਇਹ ਸ਼ੇਰ ਜਿਹਾ ਬਾਦਸ਼ਾਹ, ਧਰਮ ਨੂੰ ਪਕਿਆਉਣ ਵਾਲਾ, ਧਰਮ ਦੀ ਪ੍ਰਤਿਪਾਲਣਾ ਕਰਨ ਵਾਲਾ ਹੋਇਆ। ਇਹਨੇ ਰੱਬ ਦਾ ਸ਼ੁਕਰ ਕੀਤਾ ਵੀ ਮੈਂ ਦਰਿਆ ਵਿੱਚ ਰੁੜਦਾ ਜਾਂਦਾ ਸੀ ਤੇ ਤੂੰ ਮੈਨੂੰ ਬਾਦਸ਼ਾਹੀ ਬਖਸ਼ਿਸ਼ ਕਰ ਦਿੱਤੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹੈ ਔਰੰਗਜ਼ੇਬ ਦੇਖ, ਇੱਕ ਪਾਸੇ ਇੱਕ ਬੱਚਾ ਜੋ ਪਾਣੀ ਵਿੱਚ ਰੁੜਦਾ ਸੀ, ਅੱਜ ਰੋਮ ਦਾ ਬਾਦਸ਼ਾਹ ਬਣ ਗਿਆ। ਉਹਨੂੰ ਇਸ ਗੱਲ ਦੀ ਖਬਰ ਸੀ ਕਿ ਮੈਂ ਰੁੜਦਾ ਹੋਇਆ ਦਰਿਆ ਵਿੱਚ ਕਿਤੇ ਵੀ ਡੁੱਬ ਸਕਦਾ ਸੀ, ਕਿਤੇ ਵੀ ਗਰੀਬੀ ਵਿੱਚ ਜਾ ਸਕਦਾ ਸੀ, ਪਰ ਪਰਮੇਸ਼ਰ ਨੇ ਉਹਨੂੰ ਰਾਜ ਦਿੱਤਾ ਰੁੜਦੇ ਹੋਏ ਨੂੰ। ਅੱਜ ਉਹ ਤਖਤ ਤੇ ਬਹਿ ਕੇ ਤੇ ਧਰਮ ਦੀ ਪਾਲਣਾ ਕਰਦਾ ਹੈ। ਇੱਕ ਤੇਰੇ ਜਿਹਾ ਬਾਦਸ਼ਾਹ ਹੈ ਜੋ ਖਾਨਦਾਨੀ ਬਾਦਸ਼ਾਹ ਹੈ, ਜਿਹਨੂੰ ਖਾਨਦਾਨ ਵਿੱਚੋਂ ਬਾਦਸ਼ਾਹੀ ਮਿਲੀ ਹੈ, ਤੇ ਔਰ ਤੇਰੇ ਜਿਹੇ ਇਨਸਾਨ ਨੇ ਇਸ ਰਾਜ ਭਾਗ ਨੂੰ ਨਸ਼ਟ ਕਰ ਦਿੱਤਾ ਹੈ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਬਾਬਰ ਨੂੰ ਰਾਜ ਦਿੰਦੇ ਨੇ, ਰਾਜ ਦੇਣ ਦੇ ਨਾਲ ਨਾਲ ਇਹ ਗੱਲ ਕਹਿੰਦੇ ਨੇ, ਬਾਬਰ ਜਿਸ ਦਿਨ ਤੇਰੀ ਕੁਲ ਦੇ ਅੰਦਰ ਪਾਪ ਹੋਣ ਲੱਗ ਪਿਆ ਨਾ, ਤੇਰੇ ਕੋਲੋਂ ਰਾਜ ਖੋਹ ਲਵਾਂਗੇ ਅਸੀਂ। ਹੁਣ ਰਾਜ ਤਾਂ ਖਾਨਦਾਨੀ ਸੀ ਨਾ। ਮਹਾਰਾਜ ਕਹਿੰਦੇ ਘਰ ਦੇ ਵਿੱਚ ਤੈਨੂੰ ਰਾਜ ਮਿਲਿਆ, ਪਰ ਤੂੰ ਇਹਦੀ ਕਦਰ ਨਹੀਂ ਕਰ ਸਕਿਆ। ਵਿਪਰੀਤ ਬੁੱਧਿੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁਖ ਭੋਗਿਆ। ਤੇ ਤੇਰੇ ਜਿਹੇ ਲੋਕਾਂ ਦੀ ਰਾਜ ਭਾਗ ਦੀ ਪ੍ਰਾਪਤੀ ਕਰਕੇ ਬੁੱਧੀ ਜਿਹੜੀ ਹੰਕਾਰ ਦੇ ਨਸ਼ੇ ਨਾਲ ਭਰ ਜਾਂਦੀ ਹੈ, ਤੇ ਜਦੋਂ ਬੁੱਧੀ ਉਲਟ ਜਾਂਦੀ ਹੈ ਤੇ ਤੁਹਾਡੇ ਜੇ ਲੋਕ ਫਿਰ ਪਰਜਾ ਨੂੰ ਮਾਰਦੇ ਨੇ, ਜ਼ੁਲਮ ਕਰਦੇ, ਅਤਿਆਚਾਰ ਕਰਦੇ ਨੇ, ਤੇ ਲੰਮਾ ਸਮਾਂ ਨਰਕਾਂ ਵਿੱਚ ਦੁੱਖ ਭੋਗਦੇ ਨੇ। ਤੇਰੇ ਨਾਲੋਂ ਤਾਂ ਉਹ ਲੜਕਾ ਚੰਗਾ ਹੈ ਜਿਹੜਾ ਰੁੜਦੇ ਦਰਿਆ ਦੇ ਵਿੱਚੋਂ ਬਾਦਸ਼ਾਹ ਬਣਿਆ, ਤੇ ਬਾਦਸ਼ਾਹ ਬਣ ਕੇ ਉਹਨੇ ਰਾਜ ਦੀ ਕਦਰ ਕੀਤੀ, ਤੇ ਉਹਨੇ ਧਰਮ ਦੀ, ਆਪਣੇ ਦੀਨ ਦੀ ਪ੍ਰਤਿਪਾਲਣਾ ਕੀਤੀ ਹੈ। ਹਕੀਕਤ ਸ਼ਨਾ ਅਸਤ ਐਨੁਲ ਯਕੀਨ। ਮਹਾਰਾਜ ਕਹਿੰਦੇ ਉਹ ਹਕੀਕਤ ਨੂੰ, ਸੱਚ ਨੂੰ ਪਛਾਣਨ ਵਾਲਾ ਸੀਗਾ,
ਸੱਚ ਨੂੰ ਜਾਣਨ ਵਾਲਾ ਔਰ ਸੱਚ ਨੂੰ ਤੇ ਯਕੀਨ ਨੂੰ ਅੱਗੇ ਵਧਾਉਣ ਵਾਲਾ ਤੇ ਪ੍ਰਪੱਕ ਕਰਨ ਵਾਲਾ ਸੀ। ਵਿਦੇਸਾ ਕੀਆ ਸਾਗਰੇ ਸੁਰਖ ਫਾਮ। ਸਤਿਗੁਰੂ ਕਲਗੀਧਰ ਜੀ ਇੱਥੇ ਸਮਾਪਤੀ ਕਰਦੇ ਨੇ ਇਸ ਹਕਾਇਤ ਦੀ। ਅਰਦਾਸ ਕਰਦੇ ਹਨ, ਹੇ ਸਤਿਗੁਰੂ ਕਿਰਪਾ ਕਰਕੇ ਨਾਮ ਦਾ ਜਿਹੜਾ ਸੁਰਖ ਫਾਮ, ਸੁਰਖ ਨਾਮ ਹੁੰਦਾ ਲਾਲ ਦਾ, ਫਾਮ ਨਾਮ ਹੁੰਦਾ ਰੰਗ ਦਾ, ਕਹਿੰਦੇ ਨਾਮ ਰੂਪੀ ਲਾਲ ਰੰਗ ਮੈਨੂੰ ਬਖਸ਼ਿਸ਼ ਕਰ ਦਿਓ। ਗੁਰਬਾਣੀ ਵਿੱਚ ਵੀ ਸਾਹਿਬ ਕਹਿੰਦੇ ਨਾ, ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਇਹ ਨਾਮ ਦਾ ਲਾਲ ਰੰਗ ਇਹੋ ਜਿਹਾ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਵੱਡੇ ਭਾਗ ਨੇ, ਤੇ ਜਿਨ੍ਹਾਂ ਨੂੰ ਇਹ ਰੰਗ ਚੜ ਜਾਵੇ ਨਾ, ਸਤਿਗੁਰੂ ਕਹਿੰਦੇ ਇਹ ਮੈਲਾ ਨਹੀਂ ਹੁੰਦਾ ਤੇ ਨਾ ਕਦੇ ਇਹਨੂੰ ਕਿਸੇ ਤਰ੍ਹਾਂ ਦਾ ਦਾਗ ਲੱਗਦਾ। ਬਾਹਰ ਦੇ ਸਾਰੇ ਰੰਗ ਫਿੱਕੇ ਪੈ ਜਾਂਦੇ, ਦਾਗੀ ਹੋ ਜਾਂਦੇ, ਮੈਲੇ ਹੋ ਜਾਂਦੇ ਨੇ, ਪਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਲਾਲ ਰੰਗ ਹੈ ਇਹ ਤਾਂ ਹੋਰ ਗੂੜਾ ਹੁੰਦਾ ਜਾਂਦਾ। ਇਹਦੇ ਉੱਤੇ ਫਿਰ ਕੋਈ ਹੋਰ ਦੂਸਰਾ ਰੰਗ ਨਹੀਂ ਚੜ੍ਹਦਾ। ਗੂੜੇ ਰੰਗ ਤੇ ਫਿਰ ਕਈ ਵਾਰ ਦਾਗ ਵੀ ਨਹੀਂ ਨਾ ਨਜ਼ਰ ਆਉਂਦਾ ਹੁੰਦਾ। ਇਸੇ ਤਰ੍ਹਾਂ ਜਿਹੜਾ ਰੰਗ ਰੋਜ਼-ਰੋਜ਼ ਗੂੜਾ ਹੁੰਦਾ ਜਾਂਦਾ, ਉਹਨੂੰ ਮਹਾਰਾਜ ਕਹਿੰਦੇ ਨਾ ਮੈਲ ਲੱਗਦੀ ਹੈ ਨਾ ਉਹਨੂੰ ਦਾਗ ਲੱਗਦਾ। ਪਰਮੇਸ਼ਰ ਦੇ ਨਾਮ ਦਾ ਰੰਗ ਐਸਾ, ਫਿਰ ਕਹਿੰਦੇ ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਸਰੀਰ ਰੂਪੀ ਬਸਤਰ ਜੇ ਚੀਰ ਦਿੱਤੇ ਜਾਣ, ਪਾੜ ਦਿੱਤੇ ਜਾਣ, ਇਹ ਨਾਮ ਦਾ ਰੰਗ ਨਹੀਂ ਉਤਰਦਾ। ਜਦੋਂ ਭਾਈ ਮਤੀ ਦਾਸ ਜੀ ਉਹਨਾਂ ਦੇ ਸਰੀਰ ਨੂੰ ਫੱਟਿਆਂ ਵਿੱਚ ਬੰਨ੍ਹ ਕੇ ਚੀਰਿਆ ਗਿਆ ਨਾ, ਤੇ ਇਤਿਹਾਸਕਾਰ ਕਹਿੰਦੇ ਨੇ ਕਿ ਬਾਣੀ ਪੜ੍ਹਦੇ ਸਨ, ਜਪਜੀ ਸਾਹਿਬ ਜੀ ਦਾ ਪਾਠ ਕਰਦੇ ਸਨ, ਸਰੀਰ ਚੀਰਿਆ ਗਿਆ ਤੇ ਰਹਿੰਦਾ ਪਾਠ ਜਿਹੜਾ ਉਹਨਾਂ ਦੇ ਸਰੀਰ ਦੇ ਹਿੱਸਿਆਂ ਨੇ ਸੰਪੂਰਨ ਕੀਤਾ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਜਦੋਂ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਸ਼ਹਾਦਤ ਹੋਈ, ਬੰਦ-ਬੰਦ ਕੱਟਿਆ ਗਿਆ ਨਾ, ਤੇ ਬ੍ਰਹਮ ਗਿਆਨੀ ਵਾਲੀ ਪੰਕਤੀ ਚੱਲਦੀ ਸੀ, ਜਦੋਂ ਉਹਨਾਂ ਦਾ ਸਰੀਰ ਜਿਹੜਾ ਸੀ ਕਈ ਹਿੱਸਿਆਂ 'ਚ ਵੰਡ ਦਿੱਤਾ ਗਿਆ, ਤੇ ਬਾਕੀ ਰਹਿੰਦਾ ਜਿਹੜਾ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਸੀ ਉਹਨਾਂ ਦੇ ਸਰੀਰ ਦੇ ਹਿੱਸਿਆਂ ਨੇ ਸੰਪੂਰਨ ਕੀਤਾ। ਵੇਖੋ ਜਿਹੜਾ ਬਾਣੀ ਦਾ ਫਰਮਾਨ ਹੈ, ਕਾਇਆ ਕਾਪਰ ਚੀਰ ਬਹੁ ਫਾਰੇ, ਇਹਦਾ ਭਾਵ ਹੈ ਵੀ ਕਾਇਆ ਰੂਪੀ ਕਾਪਰ ਜਿਹੜਾ ਕੱਪੜਾ ਸੀ ਉਹਨੂੰ ਚੀਰ ਦਿੱਤਾ ਗਿਆ, ਪਾੜ ਦਿੱਤਾ ਗਿਆ, ਪਰ ਹਰ ਰੰਗ ਨਾ ਲਹੈ ਸੁਭਾਗਾ। ਜਿਹੜਾ ਉਹ ਨਾਮ ਦਾ ਰੰਗ ਚੜਿਆ ਸੀ ਨਾ, ਮਹਾਰਾਜ ਕਹਿੰਦੇ ਉਹ ਨਹੀਂ ਉਤਰਿਆ। ਵੇਖੋ ਬਾਣੀ ਨਹੀਂ ਭੁੱਲੀ, ਬੰਦ-ਬੰਦ ਕੱਟ ਦਿੱਤਾ ਗਿਆ। ਜਪਜੀ ਸਾਹਿਬ ਦਾ ਪਾਠ ਨਹੀਂ ਭੁੱਲਿਆ, ਸਰੀਰ ਨੂੰ ਦੋ ਹਿੱਸਿਆਂ ਦੇ ਵਿੱਚ ਭਾਈ ਮਤੀ ਦਾਸ ਜੀ ਦੇ ਸਰੀਰ ਨੂੰ ਵੰਡ ਦਿੱਤਾ ਗਿਆ। ਇਹ ਨਾਮ ਦਾ ਰੰਗ ਹੀ ਇਦਾਂ ਦਾ ਰੰਗ ਹੈ। ਇਸ ਵਾਸਤੇ ਮਹਾਰਾਜ ਜੀ ਫਰਮਾਨ ਕਰਦੇ, ਵਿਦੇਹ ਸਾਕੀਆ ਸਾਗਰੇ ਸੁਰਖ ਫਾਮ। ਹੇ ਮੇਰੇ ਸਤਿਗੁਰੂ ਕਿਰਪਾ ਕਰਕੇ ਇਹ ਜੋ ਨਾਮ ਦਾ ਲਾਲ ਰੰਗ ਹੈ ਇਹ ਮੈਨੂੰ ਬਖਸ਼ਿਸ਼ ਕਰ ਦਿਓ। ਕਿ ਮਾਰਾ ਬਕਾਰਸਤ ਵਕਤੇ ਮੁਦਾਮ। ਸਤਿਗੁਰੂ ਕਹਿੰਦੇ ਜਿਹੜਾ ਨਾਮ ਦਾ ਰੰਗ ਹੈ ਨਾ, ਵਕਤੇ ਮੁਦਾਮ, ਇਹਦਾ ਮਤਲਬ ਵੀ ਹਮੇਸ਼ਾ, ਹਰ ਵਕਤ ਮੈਨੂੰ ਚਾਹੀਦਾ ਹੈ। ਮੁਦਾਮ ਦਾ ਮਤਲਬ ਹੈ ਵੀ ਹਮੇਸ਼ਾ, ਵਕਤੇ ਹਰ ਵਕਤ ਮੈਨੂੰ ਤੇਰੇ ਨਾਮ ਦਾ ਰੰਗ ਚਾਹੀਦਾ ਹੈ। ਕਿਰਪਾ ਕਰਕੇ ਦਾਤ ਮੈਨੂੰ ਬਖਸ਼ਿਸ਼ ਕਰ ਦੇ। ਵਿਦੇ ਪਿਆਲ ਹੈ ਫੇਰੋਜ਼ ਰੰਗੀਨ ਰੰਗ। ਸਤਿਗੁਰੂ ਕਹਿੰਦੇ ਫਿਰ ਰਹਿਮਤ ਕਰੋ ਮੈਨੂੰ ਫਿਰੋਜ਼ੀ ਰੰਗ ਦਾ। ਫੇਰੋਜ਼ ਵੈਸੇ ਹਰਾ ਰੰਗ, ਇਹਦੇ ਅਰਥ ਵੀ ਕੀਤੇ ਗਏ ਵਿਦਵਾਨਾਂ ਵੱਲੋਂ, ਇਹਨੂੰ ਫਿਰੋਜ਼ੀ ਰੰਗ ਦੇ ਨਾਲ ਵੀ ਜੋੜਿਆ ਗਿਆ। ਮਹਾਰਾਜ ਕਹਿੰਦੇ ਫੇਰੋਜ਼ ਜਿਹੜਾ ਰੰਗ ਹੈ ਨਾ, ਬੜਾ ਰੰਗੀਨ ਰੰਗ ਹੈ। ਕਿਰਪਾ ਕਰੋ ਜੀ ਇਹ ਨਾਮ ਰੂਪੀ ਫਿਰੋਜ਼ ਰੰਗੀਨ ਰੰਗ ਵਾਲਾ ਪਿਆਲਾ ਮੈਨੂੰ ਬਖਸ਼ਿਸ਼ ਕਰ ਦਿਓ। ਕਿ ਮਾਰਾ ਖੁਸ਼ ਆਮਦ ਬਸੇ ਵਕਤ ਜੰਗ। ਸਤਿਗੁਰੂ ਕਹਿੰਦੇ ਹਨ ਕਿ ਜਦੋਂ ਜੰਗ ਦਾ ਵਕਤ ਆਵੇ, ਮੈਨੂੰ ਉਸ ਵਕਤ ਤੁਹਾਡੇ ਨਾਮ ਦੀ ਬੜੀ ਜ਼ਰੂਰਤ ਹੋਵੇਗੀ, ਤਾਂ ਕਿ ਉਸ ਨਾਮ ਦੀ ਖੁਮਾਰੀ ਦੇ ਅੰਦਰ ਮੈਂ ਮੈਦਾਨੇ ਜੰਗ ਦੇ ਅੰਦਰ ਜੂਝਦਾ ਹੋਇਆ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਵਾਂ। ਭਾਵੇਂ ਜਗਤ ਦੇ ਅੰਦਰ ਬੜੇ ਸੂਰਮੇ ਹੋਏ ਜਿਨ੍ਹਾਂ ਨੇ ਮੈਦਾਨੇ ਜੰਗ ਅੰਦਰ ਜੂਝਦਿਆਂ ਆਪਣੇ ਆਪ ਨੂੰ ਕੁਰਬਾਨ ਕੀਤਾ, ਪਰ ਇੱਕ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਨੇ ਜਿਨ੍ਹਾਂ ਨੇ ਨਾਮ ਜਪਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। ਭਗਤੀ ਤੋਂ ਸ਼ਹਾਦਤ ਤੱਕ, ਬੰਦਗੀ ਤੋਂ ਕੁਰਬਾਨੀ ਤੱਕ ਉਹ ਜਾ ਪਹੁੰਚੇ, ਤੇ ਜਿਸ ਦਿਨ ਕੁਰਬਾਨੀ ਦਿੱਤੀ ਉਸ ਦਿਨ ਵੀ ਪ੍ਰਭੂ ਨਹੀਂ ਵਿਸਰਿਆ ਉਹਨਾਂ ਨੂੰ। ਇਸ ਵਾਸਤੇ ਸਾਹਿਬ ਜੀ ਕਹਿੰਦੇ ਕਿਰਪਾ ਕਰੋ ਨਾਮ ਦਾ ਮੈਨੂੰ ਪਿਆਲਾ ਬਖਸ਼ੋ ਜੋ ਅੰਤਕਾਲ ਜੰਗ ਦੇ ਵਕਤ ਮੇਰੇ ਕੰਮ ਆਉਣ ਵਾਲਾ ਹੈ। ਇਥੇ ਇਹ 7ਵੀਂ ਹਕਾਇਤ ਦੀ ਸਮਾਪਤੀ ਹੈ।
ਸੋ ਇਸ ਤੋਂ ਬਾਅਦ ਆਪਾਂ ਕੱਲ ਦੇ ਦੀਵਾਨ ਵਿੱਚ ਜਫਰਨਾਮੇ ਦੀ 8ਵੀਂ ਹਕਾਇਤ ਸਰਵਣ ਕਰਾਂਗੇ। ਸੋ ਸਮੇਂ ਦੀ ਸਮਾਪਤੀ ਹੈ। ਮਹਾਰਾਜ ਕਲਗੀਧਰ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਸ੍ਰੀ ਜਫਰਨਾਮੇ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਹਾਂਜੀ। ਵਿਧੇ ਪਿਆਲ ਹੈ ਫੇਰੋਜ਼ ਰੰਗੀਨ ਰੰਗ ਕੇ ਮਾਰਾ ਖੁਸ਼ਾਮਦ ਬਸੇ ਵਕਤ ਜੰਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।